जय वाल्मीकि। जो बोले सो निर्भय। सृष्टिकर्ता वाल्मीकि दयावान की जय। भगवान वाल्मीकि महाराज की जय। एको ब्रह्म सर्वव्यापी जो ब्रह्मंडे सो ही पिंडे मानिषाद प्रतिष्ठाए तवंगमाय शाश्वती समा। यत् क्रौंच मिथुनादिकं वधि काम मोहितम। यतः सर्वाणि भूतानि प्रतिभान्ति सथिता निश्चयः। यत्र एवं उपशमयान्ति तस्मै सत् गयपत् आत्मने नमः। सफुरन्ति शिखिरा किर्ययस्मात् आनन्दस्य अम्बरो अवनो सर्वेषां जीवनं तस्मै ब्रह्मणन् आत्मने नमः। परमपिता परमात्मा योगेश्वर कमलेश्वर शबदेश्वर मोक्षदाता मुक्तिदाता लेख विधाता सर्वेश्वर भगवान वाल्मीकि महाराज जी दे पावन चरणा विच विराजमान होके बैठी सारी संगत नूं जय वाल्मीकि। हर हर वाल्मीकि। अज दा जो पावन सत्संग है पवित्र सत्संग शोक समागम शांति पाठ है। पिछले दिनी अपने स्वासां दी पूंजी नूं समाप्त करते हुए अपनी जीवन यात्रा नूं संपन्न करते हुए परिवार नूं सदीवी विछोड़ा दे के परम पिता परमात्मा मुक्तिदाता भगवान वाल्मीकि महाराज जी दे पावन चरणों विच लीन होए परम आदरणीय विरांगी माता शरीफा सब्बरवाल जी उन्हां दे बच्चियां वालों रिश्तेदारां दे सहयोग दे नाल उन्हां दे पवित्र शरीर नूं अग्नि भेटा कीता गया है, मान सम्मान किया गया है। उस तो उपरंत उन्हां दे शरीर दे अंगां नूं एकत्रित किया गया है। अज पार ब्रह्म परमात्मा भगवान वाल्मीकि महाराज जी दे पावन नाम दे शांति पाठ का आयोजन किया गया है। शांति पाठ का अर्थ हुंदा है शांति दे नाल पाठ करना, शांति दे नाल पाठ सुनना और शांति पाठ विच शांति बना के बैठना। इस तरह नहीं होना चाहिए कि जिहड़ा साडा शरीर है उस सत्संग दे विच बैठा होया है ते मन किते होर भटकदा है। साडे शरीर दे नाल नाल
ਸਾਡਾ ਮਨ ਵੀ ਸਤਸੰਗ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਜੇ ਸਾਡਾ ਸਰੀਰ ਸਤਸੰਗ ਦੇ ਵਿੱਚ ਹੈ ਪਰ ਸਾਡਾ ਮਨ ਸਤਸੰਗ ਦੇ ਵਿੱਚ ਨਹੀਂ ਹੈ ਤਾਂ ਸਰੀਰ ਨੂੰ ਕਦੇ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਕੇਵਲ ਮਨ ਨੂੰ ਹੁੰਦੀ ਹੈ। ਮਨ ਦੇ ਮੁਤਾਬਿਕ ਹੀ ਸਰੀਰ ਕਰਮ ਕਰਦਾ ਹੈ। ਅਗਰ ਸਾਡਾ ਮਨ ਅੱਛਾ ਹੈ ਤਾਂ ਸਾਡਾ ਸਰੀਰ ਵੀ ਅੱਛਾ ਹੀ ਕਰਮ ਕਰਦਾ ਹੈ। ਪਰ ਅਗਰ ਸਾਡੇ ਮਨ ਵਿੱਚ ਘਿਰਣਾ ਹੈ, ਨਫ਼ਰਤ ਹੈ, ਈਰਸ਼ਾ ਹੈ, ਨਫ਼ਰਤ ਹੈ ਤਾਂ ਸਾਡਾ ਸਰੀਰ ਵੀ ਉੱਦਾਂ ਦਾ ਹੀ ਰੂਪ ਧਾਰ ਲੈਂਦਾ ਹੈ। ਅਗਰ ਸਾਡੇ ਮਨ ਵਿੱਚ ਪ੍ਰੇਮ ਹੈ ਤਾਂ ਸਾਡਾ ਸਰੀਰ ਵੀ ਪ੍ਰੇਮ ਦੇ ਨਾਲ ਹੀ ਵਿਚਰਦਾ ਹੈ। ਪਰ ਅਗਰ ਸਾਡੇ ਮਨ ਦੇ ਵਿੱਚ ਹੀ ਨਫ਼ਰਤ ਹੈ, ਈਰਸ਼ਾ ਹੈ, ਕਰਵਾਹਟ ਹੈ ਤਾਂ ਸਾਡਾ ਸਰੀਰ ਉੱਦਾਂ ਦਾ ਹੀ ਰੂਪ ਧਾਰਦਾ ਹੈ। ਮਨ ਦੇ ਮੁਤਾਬਿਕ ਸਰੀਰ ਕਰਮ ਕਰਦਾ ਹੈ। ਮਨ ਹੀ ਸਰੀਰ ਨੂੰ ਡਾਇਰੈਕਸ਼ਨ ਦਿੰਦਾ ਹੈ। ਇਸੇ ਕਰਕੇ ਬੇਨਤੀ ਹੈ, ਸਤਸੰਗ ਦੇ ਵਿੱਚ ਸਰੀਰ ਦੇ ਨਾਲ ਸਾਡਾ ਮਨ ਵੀ ਸਤਸੰਗ ਦੇ ਵਿੱਚ ਹੀ ਹੋਣਾ ਚਾਹੀਦਾ ਹੈ। ਆਦਿ ਕਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਸਵਰੂਪ ਸਾਡੇ ਸਾਹਮਣੇ ਲੱਗਾ ਹੋਇਆ ਹੈ। ਜ਼ਿਆਦਾਤਰ ਜਿਹੜੇ ਸਵਰੂਪ ਹੁੰਦੇ ਨੇ, ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦੇ ਹੱਥ ਵਿੱਚ ਕਲਮ ਹੁੰਦੀ ਹੈ। ਕਲਮ ਇਸ਼ਾਰਾ ਕਰਦੀ ਹੈ ਐਜੂਕੇਸ਼ਨ ਦਾ, ਗਿਆਨ ਦਾ, ਵਿਦਵਤਾ ਦਾ। ਅਨੇਕਾਂ ਹੀ ਰਚਨਾਵਾਂ ਨੂੰ ਵਾਲਮੀਕੀ ਮਹਾਰਾਜ ਜੀ ਨੇ ਸੰਸਾਰ ਦੀ ਝੋਲੀ ਵਿੱਚ ਪਾਇਆ ਹੈ। ਪ੍ਰਥਮ ਰਚਨਾਕਾਰ ਪੂਰੀ ਪ੍ਰਕਿਰਤੀ ਦੇ, ਕੇਵਲ ਸਾਡੇ ਦੇਸ਼ ਦੇ ਨਹੀਂ, ਪੂਰੇ ਵਿਸ਼ਵ ਦੇ। ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਪੂਰੇ ਸੰਸਾਰ ਨੂੰ ਸਭ ਤੋਂ ਪਹਿਲੀ ਭਾਸ਼ਾ ਦਿੱਤੀ ਹੈ। ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਇਸ ਸੰਸਾਰ ਨੂੰ ਆਸ਼ਤਰ, ਸ਼ਾਸਤਰ, ਸੰਗੀਤ, ਗਿਆਨ, ਵਿਗਿਆਨ ਦਿੱਤਾ ਹੈ। ਭਗਵਾਨ ਵਾਲਮੀਕੀ ਮਹਾਰਾਜ ਦੀਆਂ ਰਚਨਾਵਾਂ ਵਿੱਚੋਂ ਹੀ ਪਰਿਵਾਰਿਕ ਵਿਵਸਥਾ ਪੈਦਾ ਹੋਈ ਹੈ ਤੇ ਭਗਵਾਨ ਵਾਲਮੀਕੀ ਮਹਾਰਾਜ ਜੀ ਵਿਗਿਆਨ ਤੇ ਕੁਦਰਤ ਦੇ ਅਨੁਸਾਰ ਰਚਨਾ ਕਰਦੇ ਨੇ। ਉਹਨਾਂ ਲਿਖਿਆ ਗਿਆਨ। ਗਿਆਨ ਇੱਕ ਵੋਕੈਬਲਰੀ ਹੈ, ਇੱਕ ਸ਼ਬਦ ਹੈ। ਹਿੰਦੀ ਸੰਸਕ੍ਰਿਤ ਦੇ ਵਿੱਚ ਗਿਆਨ ਕਿਹਾ ਜਾਂਦਾ ਹੈ। ਅਗਰ ਪੰਜਾਬੀ ਵਿੱਚ ਕਹਿੰਦੇ ਆ ਤੇ ਜਾਣਕਾਰੀ, ਸ਼ਬਦ ਉਹੀ ਹੈ। ਅਗਰ ਇੰਗਲਿਸ਼ ਦੇ ਵਿੱਚ ਕਵਾਂਗੇ ਤਾਂ ਨੌਲੇਜ ਹੈ, ਗੱਲ ਇੱਕ ਹੀ ਹੈ। ਗਿਆਨ ਸ਼ਬਦ ਦੀ ਰਚਨਾ ਹੀ ਵਾਲਮੀਕੀ ਮਹਾਰਾਜ ਜੀ ਨੇ ਕੀਤੀ ਹੈ। ਗਿਆਨ ਸ਼ੁਰੂ ਤੋਂ ਸਾਨੂੰ ਸੁਣਨ ਵਾਸਤੇ ਮਿਲਿਆ ਕਿ ਗਿਆਨ ਪ੍ਰਾਪਤ ਕਰਨਾ ਬੜਾ ਔਖਾ ਹੁੰਦਾ ਹੈ, ਬੜਾ ਮੁਸ਼ਕਿਲ ਹੈ। ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਸ਼ਾਸਤਰਾਂ ਦਾ ਅਧਿਐਨ ਕਰਨਾ ਪੈਂਦਾ ਹੈ। ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਸੰਤਾਂ ਮਹਾਪੁਰਸ਼ਾਂ ਦੇ ਨਾਲ ਸੰਗਤੀ ਕਰਨੀ ਪੈਂਦੀ ਹੈ। ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਕਈ ਤਰ੍ਹਾਂ ਦੇ ਦਾਨ, ਪੁੰਨ, ਪੂਜਾ, ਅਰਚਨਾਵਾਂ ਕਰਨੀਆਂ ਪੈਂਦੀਆਂ ਨੇ। ਇਹ ਸਾਰੀਆਂ ਸਾਨੂੰ ਗੱਲਾਂ ਅੱਜ ਤੱਕ ਗਿਆਨ ਦੇ ਨਾਲ ਦੱਸੀਆਂ ਗਈਆਂ ਕਿ ਗਿਆਨ ਇੱਦਾਂ ਪ੍ਰਾਪਤ ਹੁੰਦਾ ਹੈ। ਕੁਝ ਲੋਕ ਕਹਿੰਦੇ ਨੇ ਗਿਆਨ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਸੰਨਿਆਸੀ ਹੋਣਾ ਪੈਂਦਾ ਹੈ। ਪਰ ਭਗਵਾਨ ਵਾਲਮੀਕੀ ਜੀ ਲਿਖਦੇ ਨੇ ਗਿਆਨ ਦਾ ਸੰਨਿਆਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗਿਆਨ ਦਾ ਦਾਨ ਪੁੰਨ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਗਿਆਨ ਦੀ ਇੱਕ ਅਲੱਗ ਪਰਿਭਾਸ਼ਾ ਹੈ, ਉਹਦੀ ਆਪਣੀ ਇੱਕ ਪਰਸਨੈਲਿਟੀ ਹੈ। ਗਿਆਨ ਪ੍ਰਾਪਤ ਕਰਨ ਵਾਸਤੇ ਕਿਸੇ ਕੰਡੀਸ਼ਨ ਦੀ ਜ਼ਰੂਰਤ ਨਹੀਂ ਪੈਂਦੀ, ਕੋਈ ਕੰਡੀਸ਼ਨ ਨਹੀਂ ਹੈ। ਔਰ ਗਿਆਨ ਇਸ ਸੰਸਾਰ ਦੇ ਵਿੱਚ ਕੋਈ ਵੀ ਪ੍ਰਾਪਤ ਕਰ ਸਕਦਾ ਹੈ, ਕੋਈ ਵੀ, ਐਵਰੀਵਨ, ਕੋਈ ਵੀ। ਪਰ ਜੋ ਲੋਕ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜਦੋਂ ਅਸੀਂ ਪ੍ਰੋਪਰ ਉਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ, ਉਹਦੇ ਅਨੁਸਾਰ ਜ਼ਿੰਦਗੀ ਨੂੰ ਜਿਉਂਦੇ ਹਾਂ, ਤਾਂ ਹਰ ਉਹ ਗਿਆਨ ਜੋ ਸਾਡੇ ਜੀਵਨ ਦੇ ਨਾਲ ਜੁੜਿਆ ਹੈ
ਉਹਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਹੈ। ਸਭ ਤੋਂ ਪਹਿਲਾ ਨਿਯਮ ਕੀ ਹੈ? ਭਗਵਾਨ ਵਾਲਮੀਕੀ ਜੀ ਲਿਖਦੇ ਨੇ, ਸੋਚੋ ਸਾਡੇ ਸਾਹਮਣੇ ਭੋਜਨ ਪਰੋਸਿਆ ਹੈ, ਸਾਡੇ ਸਾਹਮਣੇ ਭੋਜਨ ਹੈ ਔਰ ਸਾਡੇ ਸਰੀਰ ਨੂੰ ਭੁੱਖ ਲੱਗੀ ਹੋਈ ਹੈ। ਕੀ ਉਹ ਭੋਜਨ ਨੂੰ ਦੇਖਣ ਦੇ ਨਾਲ, ਕੇਵਲ ਉਸ ਭੋਜਨ ਨੂੰ ਦੇਖਣ ਦੇ ਨਾਲ ਕੀ ਸਾਡੇ ਸਰੀਰ ਦੀ ਭੁੱਖ ਦੂਰ ਹੋ ਸਕਦੀ ਹੈ? ਨਹੀਂ ਹੋ ਸਕਦੀ। ਜਿੰਨੀ ਦੇਰ ਤੱਕ ਭੋਜਨ ਨੂੰ ਚੱਖਦੇ ਨਹੀਂ ਹੈ, ਭੋਜਨ ਦਾ ਨਿਵਾਲਾ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਨਹੀਂ ਕਰਦਾ, ਉਨੀ ਦੇਰ ਤੱਕ ਸਾਡੇ ਸਰੀਰ ਦੀ ਭੁੱਖ ਦੂਰ ਨਹੀਂ ਹੋ ਸਕਦੀ। ਸਾਰਾ ਦਿਨ ਭੋਜਨ ਨੂੰ ਦੇਖੀ ਜਾਓ, ਉਹਨੂੰ ਖਾਣਾ ਪੈਣਾ ਹੈ। ਭਗਵਾਨ ਵਾਲਮੀਕੀ ਜੀ ਲਿਖਦੇ ਨੇ, ਸਾਡੇ ਸਾਹਮਣੇ ਜਲ ਹੈ ਔਰ ਸਾਡੇ ਸਰੀਰ ਨੂੰ ਪਿਆਸ ਲੱਗੀ ਹੋਈ ਹੈ। ਕੀ ਉਹ ਜਲ ਨੂੰ ਦੇਖਣ ਦੇ ਨਾਲ, ਕੇਵਲ ਉਸ ਜਲ ਨੂੰ ਦੇਖਣ ਦੇ ਨਾਲ ਕੀ ਸਾਡੇ ਸਰੀਰ ਦੀ ਪਿਆਸ ਦੂਰ ਹੋ ਸਕਦੀ ਹੈ? ਨਹੀਂ ਹੋ ਸਕਦੀ। ਜਿੰਨੀ ਦੇਰ ਤੱਕ ਜਲ ਪਾਨ ਨਹੀਂ ਕਰਦੇ ਹਾਂ, ਜਲ ਸਾਡੇ ਸਰੀਰ ਦੇ ਅੰਦਰ ਪ੍ਰਵੇਸ਼ ਨਹੀਂ ਕਰੇਗਾ, ਉਨੀ ਦੇਰ ਤੱਕ ਸਾਡੇ ਸਰੀਰ ਦੀ ਪਿਆਸ ਵੀ ਦੂਰ ਨਹੀਂ ਹੋ ਸਕਦੀ। ਭੋਜਨ ਨੂੰ ਦੇਖਣ ਦੇ ਨਾਲ ਭੁੱਖ ਦੂਰ ਨਹੀਂ ਹੋ ਸਕਦੀ, ਭੋਜਨ ਨੂੰ ਖਾਣਾ ਪੈਂਦਾ ਹੈ। ਜਲ ਨੂੰ ਸਿਰਫ ਦੇਖਣ ਦੇ ਨਾਲ ਪਿਆਸ ਦੂਰ ਨਹੀਂ ਹੁੰਦੀ, ਜਲ ਨੂੰ ਪੀਣਾ ਪੈਂਦਾ ਹੈ। ਉਸੇ ਤਰੀਕੇ ਦੇ ਨਾਲ ਗਿਆਨ ਹੈ। ਗਿਆਨ ਨੂੰ ਸਿਰਫ ਪੜ੍ਹਨ ਦੇ ਨਾਲ ਨਹੀਂ, ਗਿਆਨ ਨੂੰ ਸਿਰਫ ਬੋਲਣ ਦੇ ਨਾਲ ਨਹੀਂ, ਗਿਆਨ ਨੂੰ ਸਿਰਫ ਸੁਣਨ ਦੇ ਨਾਲ ਨਹੀਂ, ਗਿਆਨ ਨੂੰ ਅਪਣਾਉਣ ਦੇ ਨਾਲ ਜੀਵਨ ਬਦਲਦਾ ਹੈ। ਅੱਛੀਆਂ ਗੱਲਾਂ ਤਾਂ ਦੀਵਾਰਾਂ ਤੇ ਵੀ ਲਿਖੀਆਂ ਹੁੰਦੀਆਂ, ਜਿੰਨੀਆਂ ਮਰਜ਼ੀ ਪੜ੍ਹ ਲਓ, ਪਰ ਜਿੰਨੀ ਦੇਰ ਤੱਕ ਇੰਪਲੀਮੈਂਟ ਨਹੀਂ ਹੈ, ਅਪਣਾਉਂਦੇ ਨਹੀਂ ਹਾਂ, ਉਨੀ ਦੇਰ ਤੱਕ ਉਸ ਗਿਆਨ ਦਾ ਅਸਰ ਸਾਡੇ ਜੀਵਨ ਤੇ ਨਹੀਂ ਹੋ ਸਕਦਾ ਹੈ। ਬਹੁਤ ਸਾਰੇ ਲੋਕ ਕਹਿੰਦੇ ਨੇ ਅਸੀਂ ਵਾਲਮੀਕੀ ਮਹਾਰਾਜ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ, ਅਸੀਂ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਿਆ ਹੈ, ਰਾਮਾਇਣ ਵੀ ਪੜ੍ਹੀ ਹੈ, ਕੁਰਾਨ ਸ਼ਰੀਫ ਵੀ ਪੜ੍ਹਿਆ ਹੈ, ਗੀਤਾ ਵੀ ਪੜ੍ਹੀ ਹੈ, ਬਾਈਬਲ ਵੀ ਪੜ੍ਹੀ ਹੈ। ਪਰ ਵਾਲਮੀਕੀ ਮਹਾਰਾਜ ਦੀ ਰਚਨਾ ਕੀ ਕਹਿੰਦੀ ਹੈ? ਗਿਆਨ ਨੂੰ ਪੜ੍ਹਨ, ਬੋਲਣ ਜਾਂ ਸੁਣਨ ਦੇ ਨਾਲ ਨਹੀਂ, ਅਪਣਾਉਣ ਦੇ ਨਾਲ ਜੀਵਨ ਬਦਲਦਾ ਹੈ। ਅਸੀਂ ਇਹਨਾਂ ਰਚਨਾਵਾਂ ਨੂੰ ਪੜ੍ਹਿਆ, ਬੋਲਿਆ, ਸੁਣਿਆ, ਪਰ ਅਪਣਾਇਆ ਨਹੀਂ। ਇਸ ਕਰਕੇ ਸਾਡਾ ਜੀਵਨ ਨਹੀਂ ਬਦਲਿਆ। ਤਕਰੀਬਨ ਜੀਵਨ ਕਈਆਂ ਦੇ ਖਤਮ ਹੋਣ ਵਾਲੇ ਹੋ ਗਏ। ਬੜੇ ਸਮੇਂ ਤੋਂ ਪਰਮਾਤਮਾ ਦੀ ਬਾਣੀ ਨਾਲ ਜੁੜੇ ਹੋਏ ਹੈ, ਪਰ ਜੀਵਨ ਬਦਲਿਆ ਪਤਾ ਕਿਉਂ ਨਹੀਂ? ਕਿਉਂਕਿ ਉਸ ਬਾਣੀ ਨੂੰ ਅਪਣਾਇਆ ਨਹੀਂ। ਭਗਵਾਨ ਵਾਲਮੀਕੀ ਜੀ ਲਿਖਦੇ ਨੇ, 40 ਬੱਚੇ ਪੜ੍ਹਦੇ ਨੇ, ਅਧਿਆਪਕ ਇੱਕ ਪੜ੍ਹਾਉਂਦਾ ਹੈ, 20 ਬੱਚੇ ਫੇਲ ਹੋ ਜਾਂਦੇ ਨੇ, 20 ਬੱਚੇ ਪਾਸ ਹੋ ਜਾਂਦੇ ਨੇ। ਕਾਰਨ ਇੱਕੋ ਹੀ ਹੁੰਦਾ ਹੈ, ਪਾਸ ਉਹ ਹੁੰਦੇ ਨੇ ਜਿਹੜੇ ਧਿਆਨ ਦਿੰਦੇ ਨੇ, ਫੇਲ ਉਹ ਹੁੰਦੇ ਨੇ ਜਿਹੜੇ ਧਿਆਨ ਨਹੀਂ ਦਿੰਦੇ। ਟੀਚਰ ਤਾਂ ਇੱਕ ਹੀ ਹੈ। ਕਈ ਵਾਰ ਜਦੋਂ ਸਾਡਾ ਬੱਚਾ ਫੇਲ ਹੁੰਦਾ, ਅਸੀਂ ਟੀਚਰ ਵਿੱਚ ਨੁਕਸ ਕੱਢਦੇ ਹਾਂ, ਉਹਨੇ ਸਹੀ ਪੜ੍ਹਾਇਆ ਨਹੀਂ। ਪਰ ਵਾਲਮੀਕੀ ਮਹਾਰਾਜ ਕਹਿੰਦੇ, ਉਸੇ ਅਧਿਆਪਕ ਦੇ ਕੋਲ, ਜਿਹਦੇ ਕੋਲ ਤੁਹਾਡਾ ਬੱਚਾ ਫੇਲ ਹੋਇਆ ਹੈ, ਉਹਦੇ ਕੋਲ ਪੜ੍ਹਨ ਵਾਲੇ ਕੁਝ ਬੱਚੇ ਪਾਸ ਵੀ ਤਾਂ ਹੋਏ। ਪਾਸ ਉਹ ਹੋਏ ਜਿਨ੍ਹਾਂ ਨੇ ਧਿਆਨ ਦਿੱਤਾ, ਫੇਲ ਉਹ ਹੋਏ ਜਿਨ੍ਹਾਂ ਨੇ ਧਿਆਨ ਨਹੀਂ ਦਿੱਤਾ। ਹੁਣ ਆਪਾਂ ਫੇਲ ਕਿਉਂ ਹੈ? ਚਾਹੇ ਪਿੰਡਾਂ ਵਿੱਚ ਰਹੀਏ, ਚਾਹੇ ਸ਼ਹਿਰਾਂ 'ਚ, ਆਪਾਂ ਸਾਰੇ ਫੇਲ ਹੈ। ਆਪਾਂ ਇਸ ਕਰਕੇ ਫੇਲ ਹੈ ਕਿਉਂਕਿ ਆਪਾਂ ਅੱਜ ਤੱਕ ਉਸ ਗਿਆਨ ਵੱਲ ਧਿਆਨ ਨਹੀਂ ਦਿੱਤਾ ਹੈ, ਔਰ ਉਹ ਗਿਆਨ ਸਾਡੇ ਸਾਹਮਣੇ ਖੋਲ੍ਹਿਆ ਵੀ ਨਹੀਂ ਗਿਆ ਸਹੀ ਤਰੀਕੇ ਨਾਲ, ਜਿੱਦਾਂ ਉਹਦੀ ਰਚਨਾ ਹੈ ਉਸੇ ਤਰੀਕੇ ਨਾਲ। ਸੋ ਆਪ ਦੇ ਚਰਨਾਂ 'ਚ ਬੇਨਤੀ ਹੈ, ਸਰੀਰ ਦੇ ਨਾਲ ਸਾਡਾ ਮਨ ਵੀ ਸਤਸੰਗ ਵਿੱਚ ਹੀ ਹੋਣਾ ਚਾਹੀਦਾ ਹੈ, ਔਰ ਸਤਸੰਗ ਨੂੰ ਪੜ੍ਹਨ, ਬੋਲਣ, ਸੁਣਨ ਦੇ ਨਾਲ ਨਹੀਂ, ਇੰਪਲੀਮੈਂਟ, ਅਪਣਾਉਣ ਦੇ ਨਾਲ ਜੀਵਨ ਬਦਲਣਾ ਹੈ। ਉੱਦਾਂ ਸੁਣਨ ਨੂੰ ਤੁਸੀਂ ਕਿਸੇ ਵੀ ਦਰਬਾਰ 'ਤੇ ਜਾ ਕੇ ਸੁਣ ਸਕਦੇ ਹੋ, ਉਹ ਸਿਰਫ ਸੁਣਨ ਤੱਕ ਸੀਮਿਤ ਰਹਿਣਾ ਹੈ। ਜੇ ਜੀਵਨ ਬਦਲਣਾ ਹੈ ਤੇ ਉਹਨੂੰ ਅਪਣਾਉਣਾ ਪੈਣਾ ਹੈ, ਲਾਗੂ ਕਰਨਾ ਪੈਣਾ ਹੈ। परम पिता परमात्मा भगवान वाल्मीकि महाराज जी के चरणों च आए राजा आनंद, नाम है राजा आनंद।
ਉਤਰਾਂਚਲ ਦੇ ਉਹ ਰਾਜਾ ਹੈ, ਤਾਮਿਲਨਾਡੂ ਉਤਰਾਂਚਲ, ਉੱਥੇ ਦੇ ਉਹ ਰਾਜਾ ਹੈ। ਜਦੋਂ ਵਾਲਮੀਕੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਨੇ ਤਾਂ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਪੁੱਛਿਆ, ਰਾਜਾ ਆਨੰਦ ਨੇ, ਕਹਿੰਦੇ ਪਿਤਾ ਜੀ ਜਿਸ ਸ਼ਾਸਤਰ ਦੀ ਤੁਸੀਂ ਰਚਨਾ ਕੀਤੀ ਹੈ, ਜੋ ਦੁਨੀਆ ਦਾ ਸਭ ਤੋਂ ਪਹਿਲਾ ਸ਼ਾਸਤਰ ਹੈ, ਜਿਹਦਾ ਨਾਮ ਹੈ ਯੋਗ ਵਸਿष्ठ, ਆਜੋ। जो बोले सो निर्भय भगवान वाल्मीकि महाराज की जय। उस शास्त्र का नाम है योग वशिष्ठ। योग मैंने मेल जुड़ जाना, उन्हें योग कहते हैं। वशिष्ठ का मतलब होंगे खास, नेक। योग वशिष्ठ खास मेल, दो शब्दों तो एक शब्द मिलिया बनया। योग शब्द अलग है, वशिष्ठ शब्द अलग है, पर जो इन्हों का संगम होंदा है वो बनता है योग वशिष्ठ। योग वशिष्ठ का मतलब है आत्मा और परमात्मा का मेल। हुण आत्मा की है तो परमात्मा की है, ये बारे भी पता होना चाहिए। राजा आनंद ने भगवान वाल्मीकि महाराज जी को अपने राज महल दे विच बुलाया। जदों उन्हां दे राज महल विच वाल्मीकि महाराज गए तो राजा आनंद ने दुनिया भर दे महापुरुष बुलाए अपनी प्रजा विच। पूरी दुनिया दे विद्वान महापुरुष, कोई माड़े मेरे वर्गे नहीं, कोई विद्वान जिन्हां दी कोई खोज है। साडी तां कोई खोज ही नहीं हैगी, असीं तां जो सानूं मिलिया वो बोली जा रहे हैं। जो बोले सो निर्भय भगवान वाल्मीकि महाराज की जय। राजा आनंद ने अपने राज दरबार दे विच वाल्मीकि महाराज जी नूं बुलाया। सुनने वाली गल है, तुसीं शायद कदे नहीं सुनी होनी। जदों राज दरबार विच वाल्मीकि महाराज जी गए तो उन्होंने एक विशेष आसन दिता गया। विशेष आसन तो दुनिया भर के संत महापुरुष विद्वान उस प्रजा विच आए। तो राजा आनंद ने एक प्रश्न किया, कहते पिता जी तुहाडी जिहड़ी रचना है योग वशिष्ठ, जिहदा मतलब ही आत्मा ते परमात्मा दा मेल है, तुसीं किरपा करके सानू दसो कि परमात्मा की है ते आत्मा की है। तो उस प्रजा दे विच वाल्मीकि महाराज जी ने की किया है, जिन्ने भी महापुरुष बैठे सी, जिन्ने भी दुनिया भर दे, वाल्मीकि महाराज जी ने एक प्रश्न किया है, कहते तुहाडे विचों कोई भी एक महान पुरुष सामने आके ये साबित करे कि मैं आत्मा देखी है, कोई भी एक। तो बड़ी हैरानी वाली रचना जदों आपां पढ़ी है तो मैं हैरान हो गया उस रचना नूं पढ़ के कि दुनिया दे विद्वान आए ਜਿਹੜੇ ਤੁਹਾਨੂੰ ਆਤਮਾ ਤੇ ਪਰਮਾਤਮਾ ਦੀਆਂ ਸਟੋਰੀਆਂ ਵੀ ਸੁਣਾਉਂਦੇ ਆ, ਜਿਹਦੇ ਮ੍ਰਿਤਿੂ ਤੋਂ ਬਾਅਦ ਵਾਲੀਆਂ ਵੀ ਤੁਹਾਨੂੰ ਗੱਲਾਂ ਦੱਸਦੇ ਆ, ਨਰਕ ਸਵਰਗ ਦੀਆਂ ਰਚਨਾਵਾਂ ਵੀ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ, ਪਰ ਵਾਲਮੀਕੀ ਮਹਾਰਾਜ ਜੀ ਦੇ ਸਾਹਮਣੇ ਇੱਕ ਵੀ ਇਦਾਂ ਦਾ ਵਿਦਵਾਨ ਨਹੀਂ ਆਇਆ ਜਿਹੜਾ ਇਹ ਕਹਿ ਸਕੇ ਕਿ ਮੈਂ ਆਤਮਾ ਦੇਖੀ ਹੈ। ਕਿਉਂਕਿ ਕਿਸੇ ਨੇ ਦੇਖੀ ਨਹੀਂ, ਕਿਸੇ ਨੇ ਨਹੀਂ ਦੇਖੀ। ਜਿਹੜਾ ਤੁਹਾਨੂੰ ਦਿਖਾਉਣ ਦਾ ਦਾਅਵਾ ਕਰਦਾ ਉਹਨੇ ਖੁਦ ਨੇ ਵੀ ਨਹੀਂ ਦੇਖੀ। क्योंकि वाल्मीकि महाराज जी ने उस प्रजा में ये गल कही कि दसो तुहाडे विचों कोई भी विद्वान है। तो एक भी विद्वान वाल्मीकि महाराज जी के प्रश्न का जवाब नहीं दे सकिया। फिर वाल्मीकि महाराज जी के सामने उस प्रजा में सारे महापुरुष बैठे। तो वाल्मीकि महाराज जी ने कहा, आत्मा सानू जो शुरू तो दसी गई आत्मा, जो आपां नूं दसी गई, कहते ना वो पैदा हुंदी है ना वो मरदी है, ना वो हसदी है ना वो रोंदी है, ना जागदी है ना सौंदी है। यही आत्मा दसी गई, पर असीं डरदे फिर भी उहदे तों। जिहड़ी हसदी नहीं, रोंदी नहीं, जागदी नहीं, सौंदी नहीं, जिहड़ी जन्म भी नहीं लैंदी, मृत्यु भी नहीं हुंदी, उहदे तो फिर भी असीं डर रहे हैं।
ਇਹ ਜਿੰਨਾ ਵੀ ਸਾਮਰਾਜ ਛਾਇਆ ਹੋਇਆ ਨਾ, ਸਾਡੇ ਵਰਗਿਆਂ ਨੇ ਫੈਲਾਇਆ ਹੋਇਆ, ਇਹ ਸਿਰਫ ਡਰ ਦਾ ਸਾਮਰਾਜ ਹੈ। ਡਰ। ਉਹੀ ਇਨਸਾਨ ਹੁੰਦਾ, ਅਸੀਂ ਉਹਨਾਂ ਹੱਸਦੇ ਹਾਂ, ਖੇਡਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਜਦੋਂ ਉਹਦੀ ਮ੍ਰਿਤਿੂ ਹੋ ਜਾਂਦੀ ਉਹਦੇ ਤੋਂ ਅਸੀਂ ਡਰਨ ਲੱਗ ਜਾਂਦੇ ਹਾਂ। ਇੱਦਾਂ ਹੀ ਹੁੰਦਾ। ਮਾਨਸਿਕਤਾ ਸਾਡੇ ਬ੍ਰੇਨ ਵਿੱਚ ਜੋ ਚੀਜ਼ ਬਿਠਾ ਦਿੱਤੀ ਗਈ। ਤਾਂ ਵਾਲਮੀਕੀ ਮਹਾਰਾਜ ਜੀ ਨੇ ਦੱਸਿਆ, ਕਹਿੰਦੇ ਸਾਨੂੰ ਆਤਮਾ, ਲੋਕਾਂ ਨੂੰ ਆਤਮਾ ਕੀ ਦੱਸੀ ਗਈ ਕਿ ਇੱਕ ਅਦ੍ਰਿਸ਼ਯ ਸ਼ਕਤੀ ਹੈ। ਅਦ੍ਰਿਸ਼ਯ ਦਾ ਮਤਲਬ ਜਿਹੜੀ ਨਜ਼ਰ ਨਹੀਂ ਆਉਂਦੀ, ਅਸਲ ਵਿੱਚ ਜੋ ਹੈ ਹੀ ਨਹੀਂ। ਸਾਨੂੰ ਦੱਸਿਆ ਜਾਂਦਾ ਕਿ ਇੱਕ ਅਦ੍ਰਿਸ਼ਯ ਕਾਲਪਨਿਕ ਸੋਚ ਹੈ ਜੋ ਤੁਹਾਡੇ ਤੋਂ ਖੁਸ਼ ਹੁੰਦੀ ਹੈ, ਤੁਹਾਡਾ ਸਵਾਰਦੀ ਹੈ, ਤੁਹਾਡੇ ਤੋਂ ਦੁਖੀ ਹੁੰਦੀ ਹੈ ਤੇ ਤੁਹਾਡਾ ਵਿਗਾੜਦੀ ਹੈ। ਖੁਸ਼ ਕਰਨ ਵਾਸਤੇ ਕਈ ਉਪਰਾਲੇ ਕਰਦੇ ਹਾਂ, ਦਾਨ ਕਰਦੇ ਹਾਂ, ਲੰਗਰ ਲਾਉਂਦੇ ਹਾਂ, ਪੂਜਾ ਅਰਚਨਾਵਾਂ, ਗੁਰੂ ਘਰ 'ਚ ਸੇਵਾ ਕਰਦੇ ਹਾਂ, ਦਸ਼ਬੰਧ ਕੱਢਦੇ ਹਾਂ ਵੀ ਕਿਸੇ ਤਰੀਕੇ ਨਾਲ ਉਹ ਖੁਸ਼ ਹੋ ਜਾਵੇ। ਵਾਲਮੀਕੀ ਮਹਾਰਾਜ ਜੀ ਨੇ ਲਿਖਿਆ, ਕਹਿੰਦੇ ਆਤਮਾ ਕੀ ਹੈ? ਆਤਮਾ ਹੈ ਵਿਅਕਤੀਗਤ ਸੁਭਾਵ। ਜਿਹੜਾ ਸਾਡਾ ਸੁਭਾਵ ਹੈ ਨਾ, ਉਹ ਆਤਮਾ ਹੈ। ਹਰ ਚੀਜ਼ ਦਾ ਨਾਮ ਹੁੰਦਾ ਦੁਨੀਆ ਤੇ। ਵਾਲਮੀਕੀ ਮਹਾਰਾਜ ਜੀ ਨੇ ਸੁਭਾਵ ਨੂੰ ਆਤਮਾ ਕਿਹਾ ਹੈ। ਕਈ ਵਾਰ ਸਾਨੂੰ ਕੋਈ ਵਿਅਕਤੀ ਇੱਦਾਂ ਦਾ ਮਿਲਦਾ ਹੈ, ਆਪਾਂ ਕਹਿੰਦੇ ਕਿੰਨੀ ਪਿਆਰੀ ਰੂਹ ਹੈ। ਕਈ ਵਾਰ ਇੱਦਾਂ ਦਾ ਮਿਲਦਾ ਹੈ। ਰੂਹ ਆਪਾਂ ਉਹਦੇ ਸਰੀਰ ਨੂੰ ਨਹੀਂ ਕਹਿੰਦੇ, ਜੋ ਉਹਨੇ ਸਾਡੇ ਨਾਲ ਵਤੀਰਾ ਕੀਤਾ ਹੁੰਦਾ ਨਾ, ਜੋ ਉਹਨੇ ਸਾਡੇ ਨਾਲ ਬੋਲਿਆ ਹੁੰਦਾ ਜਾਂ ਜੋ ਉਹਦੇ ਵੱਲੋਂ ਘਟਿਆ ਹੁੰਦਾ ਸਾਡੇ ਨਾਲ, ਉਸ ਚੀਜ਼ ਨੂੰ ਅਸੀਂ ਕਹਿੰਦੇ ਯਾਰ ਕਿੰਨੀ ਪਿਆਰੀ ਰੂਹ ਹੈ। ਮਤਲਬ ਸਿੰਪਲ ਜਵਾਬ ਹੈ, ਆਤਮਾ ਹੈ ਵਿਅਕਤੀ ਦਾ ਸੁਭਾਵ। ਜੇ ਤੁਹਾਡਾ ਸੁਭਾਵ ਅੱਛਾ ਹੈ ਤੇ ਨਾਰਮਲੀ ਤੁਹਾਡੀ ਆਤਮਾ ਵੀ ਅੱਛੀ ਹੈ। ਜੇ ਤੁਹਾਡਾ ਸੁਭਾਵ ਹੀ ਮਲਨ ਹੈ, ਘਿਰਣਾ ਵਾਲਾ ਹੈ, ਨਫ਼ਰਤ ਵਾਲਾ ਹੈ, ਤਾਂ ਤੁਹਾਡੀ ਆਤਮਾ ਵੀ ਬੁਰੀ ਹੈ। ਤੁਹਾਡਾ ਸੁਭਾਵ ਪ੍ਰੇਮ ਵਾਲਾ ਹੈ ਤੇ ਤੁਹਾਡੀ ਆਤਮਾ ਵੀ ਪ੍ਰੇਮ ਵਾਲੀ ਹੈ। ਅਗਰ ਤੁਹਾਡਾ ਸੁਭਾਵ ਹੀ ਨਫ਼ਰਤ ਵਾਲਾ ਹੈ ਤੇ ਤੁਹਾਡੀ ਆਤਮਾ ਵੀ ਨਫ਼ਰਤ ਵਾਲੀ ਹੈ। ਵਿਅਕਤੀਗਤ ਵਿਸ਼ੇਸ਼ ਵਿਅਕਤੀ ਦਾ ਜਿਹੜਾ ਸੁਭਾਵ ਹੈ, ਵਾਲਮੀਕੀ ਮਹਾਰਾਜ ਜੀ ਨੇ ਉਹਨੂੰ ਆਤਮਾ ਕਿਹਾ ਹੈ। ਸੁਭਾਵ ਹੀ ਜ਼ਿੰਦਾ ਰਹਿੰਦਾ ਦੁਨੀਆ 'ਤੇ। ਜੋ ਮਹਾਪੁਰਸ਼ ਕਰ ਗਏ ਨਾ ਅੱਜ ਤੱਕ, ਚਾਹੇ ਭਗਤ ਸਿੰਘ ਜੀ ਦੀ ਗੱਲ ਕਰ ਲਈਏ, ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਕਰ ਲਈਏ, ਰਵਿਦਾਸ ਮਹਾਰਾਜ ਜੀ ਦੀ ਗੱਲ ਕਰ ਲਈਏ, ਕਬੀਰ ਸਾਹਿਬ ਦੀ ਗੱਲ ਕਰ ਲਈਏ, ਅਨੇਕਾਂ ਮਹਾਪੁਰਸ਼ਾਂ ਦੀ ਗੱਲ ਕਰ ਲਈਏ, ਉਹਨਾਂ ਦਾ ਸੁਭਾਵ ਸੀ ਜਿਹੜਾ ਉਹਨਾਂ ਨੇ ਦੁਨੀਆ ਦੇ ਨਾਲ ਜੀਆ। ਅੱਜ ਉਹ ਸੁਭਾਵ ਜ਼ਿੰਦਾ ਹੈ, ਸਰੀਰ ਉਹਨਾਂ ਦੇ ਨਹੀਂ ਹੈਗੇ। ਤਾਂ ਵਾਲਮੀਕੀ ਮਹਾਰਾਜ ਜੀ ਕਹਿੰਦੇ ਸੁਭਾਵ ਆਤਮਾ ਹੈ। ਹੁਣ ਪਰਮਾਤਮਾ ਕੀ ਹੈ? ਹੁਣ ਪਰਮਾਤਮਾ ਜਿੱਦਾਂ ਜਿੱਦਾਂ ਦਾ ਸਾਡਾ ਧਾਰਮਿਕ ਸਥਲ, ਉੱਦਾਂ ਦਾ ਸਾਡਾ ਪਰਮਾਤਮਾ। ਅਸੀਂ ਉਹਨੂੰ ਵੰਡਿਆ ਹੋਇਆ ਹੈ, ਕਈਆਂ ਨਾਮਾਂ 'ਚ ਵੰਡਿਆ ਹੋਇਆ ਹੈ, ਕਈਆਂ ਰੰਗਾਂ 'ਚ ਵੰਡਿਆ ਹੋਇਆ ਹੈ, ਕਈਆਂ ਵਿਵਸਥਾਵਾਂ ਵਿੱਚ ਵੰਡਿਆ ਹੋਇਆ ਹੈ। ਵੰਡਿਆ ਕਿਹਨੂੰ ਹੈ? ਜਿਹਨੇ ਪੂਰੀ ਪ੍ਰਕਿਰਤੀ ਦਾ ਨਿਰਮਾਣ ਕੀਤਾ ਹੈ, ਉਹਨੇ ਵੰਡਿਆ ਹੋਇਆ ਹੈ। ਭਗਵਾਨ ਵਾਲਮੀਕੀ ਜੀ ਦਾ ਸ਼ਲੋਕ ਹੈ, ਉਹ ਲਿਖਦੇ ਨੇ, इंसान अपना पूरा जीवन परमात्मा को ढूंढने में ही गुजार देता है। ढूंढना उसको पड़ता है जो खो जाता है, जो खोया ही नहीं उसको ढूंढने की क्या ज़रूरत है। कहते इंसान सारी जिंदगी लभदा रहिंदा परमात्मा नूं। कोई कहता रब गुरुद्वारा साहब च है, आपां उत्थे चले गए। दूसरे ने कहा नहीं, रब तां मंदिर विच हुंदा है, आपां उत्थे भी चले गए। तीसरा कहता नहीं, रब तां मस्जिद विच है। चौथा कहता नहीं, रब चर्च विच है। मतलब कोई कहता गुरुद्वारा साहब च है, कोई कहता मंदिर च है, कोई कहता मस्जिद च है, कोई कहता चर्च च है। जिथे जिथे भी सानू एड्रैस दिता उत्थे उत्थे आपां चले गए, पर मिलिया सानू उत्थे भी नहीं, क्योंकि वो जिथे है उधर नूं देखण दी आपां कदे कोशिश ही नहीं की। भगवान वाल्मीकि जी का श्लोक है, इंसान अपना पूरा जीवन परमात्मा को ढूंढने में ही गुजार देता है। ढूंढना उसको पड़ता है जो खो जाता है, जो खोया ही नहीं उसको ढूंढने की क्या आवश्यकता है। और साडी जिद इन्नी है, गुरुद्वारा साहब वाले कहते इत्थे ही है रब, मंदिर च नहीं हैगा। मंदिर वाले कहते इत्थे ही है रब, मस्जिद च नहीं हैगा। हुण मस्जिद वाले भी इसी जिद विच है भी इत्थे ही रब है, चर्च च नहीं हैगा। हर बंदा ये दावा करता है, जिथे असी कहने उत्थे परमात्मा हैगा, जिथे दूजा कहता उत्थे नहीं हैगा। सारिਆਂ ਨੂੰ ਇਹ लगता ਜਿਹੜਾ नाम असी जप रहे वो नाम सही है, ਜਿਹੜਾ नाम कोई दूजा जपता पिया वो नाम गलत है।
ਸਾਡੇ ਨਾਮਦਾਨ 'ਚ ਜ਼ਿਆਦਾ ਸ਼ਕਤੀ ਹੈ। ਸਾਰਿਆਂ ਨੂੰ ਇਦਾਂ ਲੱਗਦਾ ਹੈ, ਇਦਾਂ ਹੀ ਲੱਗਦਾ ਆਪਾਂ ਨੂੰ ਵੀ ਜਿਹੜਾ ਨਾਮ ਅਸੀਂ ਰੱਖਿਆ ਹੋਇਆ ਉਹ ਨਾਮ ਸਹੀ ਹੈ ਪਰਮਾਤਮਾ ਦਾ, ਜਿਹੜਾ ਕਿਸੇ ਦੂਜੇ ਨੇ ਰੱਖ ਲਿਆ ਉਹ ਨਾਮ ਗਲਤ ਹੈ। ਇਦਾਂ ਹੀ ਲੱਗਦਾ ਸਾਨੂੰ। ਤਾਂਿਓ ਤਾਂ ਅਸੀਂ ਜਿੱਦਾਂ ਵਿੱਚ ਉਲਝੇ ਹੋਏ ਹਾਂ, ਤਾਂਿਓ ਅਸੀਂ ਉਹਦੀਆਂ ਵੰਡੀਆਂ ਪਾਈਆਂ ਹੋਈਆਂ। ਜਿੱਦਾਂ ਜਿੱਦਾਂ ਦਾ ਕਿਸੇ ਨੂੰ ਸਹੀ ਲੱਗਾ ਨਾਮ ਉਦਾਂ ਦਾ ਆਪਾਂ ਰੱਖ ਲਿਆ। ਪਰ ਵਾਲਮੀਕੀ ਮਹਾਰਾਜ ਜੀ ਕੀ ਲਿਖਦੇ ਨੇ? ਏਕੋ ਬ੍ਰਹਮ ਸਰਵਿਆਪੀ ਜੋ ਬ੍ਰਹਮੰਡੇ ਸੋਹੀ ਪਿੰਡੇ। ਇਹ ਉਹਨਾਂ ਦਾ ਸ਼ਲੋਕ ਹੈ। ਵਾਲਮੀਕੀ ਮਹਾਰਾਜ ਜੀ ਲਿਖਦੇ ਨੇ ਇਨਸਾਨ ਲੱਭਦਾ ਕਿਹਨੂੰ ਹੈ? ਜਿਹੜਾ ਗਵਾਚਿਆ ਨਹੀਂ ਹੈ। ਆਪਾਂ ਮਨਾਨੇ ਕਿਹਨੂੰ ਹੈ? ਜਿਹੜਾ ਰੁੱਸਦਾ ਹੀ ਨਹੀਂ ਹੈ। ਆਪਾਂ ਖਵਾਨੇ ਕਿਹਨੂੰ ਹੈ? ਜਿਹਨੂੰ ਕਦੇ ਭੁੱਖ ਹੀ ਨਹੀਂ ਲੱਗਦੀ, ਔਰ ਜਿਹਨੂੰ ਭੁੱਖ ਲੱਗਦੀ ਹੈ ਉਹਨੂੰ ਆਪਾਂ ਕਦੇ ਪੁੱਛਿਆ ਹੀ ਨਹੀਂ ਹੈ। ਸਾਰੀ ਜ਼ਿੰਦਗੀ ਲੱਭੀ ਜਾਂਦੇ ਆਪਾਂ, ਜਦੋਂ ਜਿਹਦੀ ਲੱਭ ਰਹੇ ਹਾਂ। ਸਾਡੇ ਘਰ ਦੇ ਲਾਗੇ 5 ਸਪੀਕਰ ਲੱਗੇ ਆ ਜੀ, ਸਮਝ ਕਿਸੇ ਦੀ ਨਹੀਂ ਆਉਂਦੀ। ਸਮਝ ਪਤਾ ਕਿਉਂ ਨਹੀਂ ਆਉਂਦੀ? ਗੁਰਦੁਆਰਾ ਸਾਹਿਬ ਵਾਲੇ ਆਪਣੇ ਸਪੀਕਰ ਦੀ ਆਵਾਜ਼ ਉੱਚੀ ਕਰ ਦਿੰਦੇ ਹੈ, ਮੰਦਰ ਵਾਲੇ ਆਪਣੇ ਸਪੀਕਰ ਦੀ ਆਵਾਜ਼ ਉੱਚੀ ਕਰ ਦਿੰਦੇ ਹੈ, ਮਸਜਿਦ ਵਾਲੇ ਆਪਣੇ ਸਪੀਕਰ ਦੀ ਆਵਾਜ਼ ਉੱਚੀ ਕਰ ਦਿੰਦੇ ਹੈ ਵੀ ਦੂਸਰੇ ਦਾ ਨਹੀਂ ਸੁਣਨ ਦੇਣਾ ਕਿਸੇ ਨੂੰ। ਫਿਰ ਜਦੋਂ ਆਪਾਂ ਪ੍ਰਚਾਰ ਕਰਦੇ ਹਾਂ ਉਦੋਂ ਆਪਾਂ ਕਹਿੰਦੇ ਪ੍ਰਮਾਤਮਾ ਇੱਕ ਹੈ। ਗੁਰਦੁਆਰਾ ਸਾਹਿਬ 'ਚ ਬੋਲਿਆ ਜਾਂਦਾ ਏਕਮਕਾਰ, ਮਤਲਬ ਪ੍ਰਮਾਤਮਾ ਇੱਕ ਹੈ। ਮਸਜਿਦ ਵਿੱਚ ਬੋਲਿਆ ਜਾਂਦਾ ਲਾ ਇਲਾਹਾ ਇल्लल्लाह ਮੁਹੰਮਦ ਪਾਕ ਰਸੂਲ ਅੱਲਾਹ, ਕੁਦਰਤ ਦਾ ਰਸੂਲ ਇੱਕ ਹੈ। ਹੁਣ ਵਾਲਮੀਕੀ ਮਹਾਰਾਜ ਜੀ ਵੀ ਕਹਿੰਦੇ ਏਕੋ ਬ੍ਰਹਮ ਸਰਵਵਿਆਪੀ, ਕੁਦਰਤ ਨੂੰ ਰਚਣ ਵਾਲਾ ਇੱਕ ਹੈ। ਰਵਿਦਾਸ ਮਹਾਰਾਜ ਜੀ ਵੀ ਇਹੀ ਕਹਿੰਦੇ ਆ ਏਕੋ ਮਾਟੀ ਕੇ ਹਮ ਪਾਂਡੇ ਏਕੋ ਸਿਰਜਣਹਾਰਾ। ਹੁਣ ਚਰਚ ਵਿੱਚ ਵੀ ਇਹੀ ਕਿਹਾ ਜਾਂਦਾ ਗੋਡ ਇਜ਼ ਵਨ, ਪਰਮਾਤਮਾ ਇੱਕ ਹੈ। ਅੱਛਾ, ਇਹ ਸਾਰੇ ਕਹਿੰਦੇ ਇੱਕ ਹੈ, ਮੰਦਰ ਵਾਲੇ, ਗੁਰਦੁਆਰੇ, ਮਸਜਿਦ ਵਾਲੇ ਸਾਰੇ ਕਹਿੰਦੇ ਇੱਕ ਹੈ, ਪਰ ਮੰਨਦਾ ਕੋਈ ਵੀ ਨਹੀਂ ਕਿ ਇੱਕ ਹੈ। ਜੇ ਇੱਕ ਹੈ ਤਾਂ ਫਿਰ ਇੱਕ ਸਪੀਕਰ ਵੀ ਤਾਂ ਸੁਣ ਹੀ ਸਕਦੇ ਆਪਾਂ ਸਾਰੇ, ਫਿਰ ਉਹਦੇ ਖਿਲਾਫ ਦੂਜਾ ਸਪੀਕਰ ਲਾਉਣ ਦੀ ਕੀ ਲੋੜ ਹੈ? ਮਤਲਬ ਵਾਲਮੀਕੀ ਮਹਾਰਾਜ ਜੀ ਕੀ ਲਿਖਦੇ ਨੇ? ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਕਹਿੰਦੇ ਇਨਸਾਨ ਸਾਰੀ ਜ਼ਿੰਦਗੀ ਲੱਭਦਾ ਰਹਿੰਦਾ ਪਰਮਾਤਮਾ ਨੂੰ। ਲੱਭਦਾ ਉਹਨੂੰ ਹੈ ਜਿਹੜਾ ਗਵਾਚਿਆ ਨਹੀਂ, ਮਨਾਉਂਦਾ ਉਹਨੂੰ ਹੈ ਜਿਹੜਾ ਰੁੱਸਦਾ ਨਹੀਂ, ਖਵਾਉਂਦਾ ਉਹਨੂੰ ਜਿਹਨੂੰ ਭੁੱਖ ਨਹੀਂ ਲੱਗਦੀ, ਜਿਹਨੂੰ ਲੱਗਦੀ ਹੈ ਉਹਨੂੰ ਕਦੇ ਪੁੱਛਦਾ ਹੀ ਨਹੀਂ। ਆਹ ਸਾਡਾ ਜੀਵਨ ਹੈ। ਭਗਵਾਨ ਵਾਲਮੀਕੀ ਜੀ ਨੇ ਕਿਹਾ ਆਤਮਾ ਤੇ ਪਰਮਾਤਮਾ। ਪਰਮਾਤਮਾ ਕੀ ਹੈ? ਉਹਨਾਂ ਦਾ ਸ਼ਲੋਕ ਹੈ ਪ੍ਰਕਿਰਤੀ ਹੀ ਈਸ਼ਵਰ ਹੈ। ਯੋਗ ਸਿਸ਼ਟ ਗ੍ਰੰਥ ਦਾ ਇਹ ਸ਼ਲੋਕ ਹੈ, ਪ੍ਰਕਿਰਤੀ ਹੀ ਈਸ਼ਵਰ ਹੈ। ਪ੍ਰਕਿਰਤੀ ਨੂੰ ਕਹਿੰਦੇ ਆ ਈਸ਼ਵਰ। ਜਿਹੜੀ ਚੀਜ਼ ਦ੍ਰਿਸ਼ਟੀ ਵਿੱਚ ਆਉਂਦੀ ਹੈ, ਅਦ੍ਰਿਸ਼ਯ ਨਹੀਂ ਹੈ। ਮਤਲਬ ਕਾਲਪਨਿਕ ਕਿਸੇ ਵਸਤੂ ਦੀ ਗੱਲ ਵਾਲਮੀਕੀ ਮਹਾਰਾਜ ਕਰਦੇ ਨਹੀਂ। ਸਭ ਤੋਂ ਪਹਿਲਾ ਸ਼ਲੋਕ ਯੋਗ ਸਿਸ਼ਟ ਜਦੋਂ ਮੰਗਲਾਚਰਨ ਪੜ੍ਹਦੇ ਆ ਨਾ, ਯਥਾ ਸਰਵਾਣੀ ਭੂਤਾਨੀ ਪ੍ਰਤਿਭਾਂਤੀ, ਇਹ ਮੰਗਲਾਚਰਨ ਹੈ। ਇੱਥੋਂ ਯੋਗ ਸਿਸ਼ਟ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਸ਼ਲੋਕ ਆਉਂਦਾ ਏਕੋ ਬ੍ਰਹਮ ਸਰਵਵਿਆਪੀ ਜੋ ਬ੍ਰਹਮੰਡੇ ਸੋਹੀ ਪਿੰਡੇ। ਜੋ ਬ੍ਰਹਮੰਡੇ, ਬ੍ਰਹਮੰਡ ਦੇ ਅੰਦਰ ਦੀ ਹੀ ਗੱਲ ਕਰਦੇ ਆ ਵਾਲਮੀਕੀ ਮਹਾਰਾਜ। ਬ੍ਰਹਮੰਡ ਤੋਂ ਬਾਹਰ ਦੀ ਗੱਲ ਕੋਈ ਕੀਤੀ ਨਹੀਂ ਉਹਨਾਂ ਨੇ, ਕਿਤੇ ਵੀ ਨਹੀਂ ਕੀਤੀ। ਭਗਵਾਨ ਵਾਲਮੀਕੀ ਜੀ ਨੂੰ ਰਾਜਾ ਆਨੰਦ ਨੇ ਪੁੱਛਿਆ, ਕਹਿੰਦੇ ਕੀ ਪਰਮਾਤਮਾ ਹੈ ਜਾਂ ਨਹੀਂ ਹੈ? ਅਗਰ ਹੈ ਤਾਂ ਕਿੱਥੇ ਹੈ? ਜੇ ਕਿਤੇ ਹੈ ਤਾਂ ਉਹਨਾਂ ਦੇ ਦਰਸ਼ਨ ਕਿੱਦਾਂ ਕਰੀਏ? ਬੜੀ ਪਿਆਰੀ ਇੱਕ ਕਥਾ ਸੁਣਾਉਣ ਲੱਗਾ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਸਾਨੂੰ ਲੱਗਦਾ ਹੈ ਸਾਡਾ ਜੀਵਨ ਨਾਮਦਾਨ ਨਾਲ ਬਦਲਣਾ ਹੈ। ਸਾਰਿਆਂ ਨੂੰ ਇਦਾਂ ਲੱਗਦਾ ਹੈ। ਜਦੋਂ ਸਾਡਾ ਕੋਈ ਵੀਰ ਕੋਈ ਗੱਲ ਕਰਦਾ ਨਾ, ਸ਼ਰਧਾ ਭਾਵੇਂ ਉਹਦੀ ਸਾਰਿਆਂ ਤੋਂ ਜ਼ਿਆਦਾ ਹੋਵੇ, ਉਹਦਾ ਰੁਝਾਨ ਵੀ ਸਾਰਿਆਂ ਤੋਂ ਜ਼ਿਆਦਾ ਹੋਵੇ, ਪੁਰਸ਼ਾਰਥੀ ਵੀ ਸਭ ਤੋਂ ਜ਼ਿਆਦਾ ਹੋਵੇ, ਕੋਸ਼ਿਸ਼ਾਂ ਵੀ ਸਭ ਤੋਂ ਜ਼ਿਆਦਾ ਕਰਦਾ ਹੋਵੇ, ਕੁਛ ਲੋਕ ਉਹਨੂੰ ਕਹਿ ਦਿੰਦੇ ਤੂੰ ਹਲੇ ਅਧੂਰਾ ਹੈ, ਤੂੰ ਦੀਕਸ਼ਿਤ ਨਹੀਂ ਹੈ, ਤੂੰ ਹਲੇ ਦੀਕਸ਼ਾ ਨਹੀਂ ਲਈ। ਇੱਦਾਂ ਕਹਿ ਕੇ ਆਪਾਂ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼, ਬਲਕਿ ਜਿਹੜੇ ਉਹਦੇ ਕਰਮ ਹੈ ਉਹਨੂੰ ਅਸੀਂ ਇਗਨੋਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਬਾਅਦ 'ਚ ਕਹਿ ਦਿੰਦੇ ਕਿ ਤੂੰ ਸਰਟੀਫਿਕੇਟ ਨਹੀਂ ਲਿਆ ਕਿਸੇ ਕੋਲ।
ਹੁਣ ਵਾਲਮੀਕੀ ਮਹਾਰਾਜ ਸਰਟੀਫਿਕੇਟ ਦੀ ਗੱਲ ਕਰਦੇ ਹੋ, ਕਿਹੜਾ ਧਿਆਨ ਨਾਲ ਸੁਣਿਓ ਜੀ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਰਾਜਾ ਆਨੰਦ ਤੇ ਮਹਾਰਿਸ਼ੀ ਭਰਦਵਾਜ ਭਗਵਾਨ ਵਾਲਮੀਕੀ ਜੀ ਨੂੰ ਪੁੱਛਿਆ, ਕਹਿੰਦੇ ਪਿਤਾ ਜੀ ਕੀ ਪਰਮਾਤਮਾ ਹੈ ਜਾਂ ਨਹੀਂ ਹੈ? ਜੇ ਹੈ ਤਾਂ ਕਿੱਥੇ ਹੈ? ਜੇ ਕਿਤੇ ਹੈ ਤਾਂ ਉਹਨਾਂ ਦੇ ਦਰਸ਼ਨ ਕਿੱਦਾਂ ਕਰੀਏ? ਧਿਆਨ ਨਾਲ ਸੁਣਿਓ ਜੀ, ਪਰਮਾਤਮਾ ਕਿੱਥੇ ਹੈ? ਵਾਲਮੀਕੀ ਮਹਾਰਾਜ ਜੀ ਨੇ ਕੀ ਕਿਹਾ? ਕਹਿੰਦੇ ਪਰਮਾਤਮਾ ਹੈ, ਔਰ ਪਰਮਾਤਮਾ ਬੜਾ ਲੰਬਾ ਟਾਈਮ ਤੁਹਾਡੇ ਨਾਲ ਰਹਿੰਦਾ ਹੈ। ਬੜਾ ਲੰਬਾ ਟਾਈਮ ਤੁਹਾਡੇ ਨਾਲ ਰਹਿੰਦਾ ਹੈ ਪਰਮਾਤਮਾ। ਪਰਮਾਤਮਾ ਤੁਹਾਨੂੰ ਪਿਆਰ ਕਰਦਾ ਹੈ, ਪਰਮਾਤਮਾ ਤੁਹਾਨੂੰ ਸਮੇਟਦਾ ਹੈ, ਪਰਮਾਤਮਾ ਤੁਹਾਡੀ ਪਾਲਣਾ ਪੋਸ਼ਣਾ ਕਰਦਾ ਹੈ, ਪਰਮਾਤਮਾ ਤੁਹਾਡਾ ਫਿਕਰ ਕਰਦਾ ਹੈ, ਤੁਹਾਨੂੰ ਕਾਮਯਾਬ ਕਰਨ ਵਿੱਚ ਇੰਤਹਾ ਯੋਗਦਾਨ ਦਿੰਦਾ ਹੈ। ਹੁਣ ਇਹ ਸਾਰੀਆਂ ਗੱਲਾਂ ਨੋਟ ਰੱਖਿਓ, ਜਦੋਂ ਕਥਾ ਪੂਰੀ ਹੋਣੀ ਹੈ ਤੁਹਾਨੂੰ ਸਾਰੀਆਂ ਸਮਝ ਆ ਜਾਣੀਆਂ ਗੱਲ ਸ਼ੁਰੂ ਕਿੱਥੋਂ ਹੋਈ ਸੀ। ਪਰਮਾਤਮਾ ਹੈ ਔਰ ਤੁਹਾਡੇ ਨਾਲ ਲੰਬਾ ਟਾਈਮ ਰਹਿੰਦਾ ਹੈ। ਪਰਮਾਤਮਾ ਤੁਹਾਨੂੰ ਪਿਆਰ ਵੀ ਕਰਦਾ ਹੈ, ਤੁਹਾਨੂੰ ਸਮੇਟਦਾ ਵੀ ਹੈ, ਤੁਹਾਡੀ ਦੇਖਭਾਲ ਵੀ ਕਰਦਾ ਹੈ। ਪਰ ਵਾਲਮੀਕੀ ਮਹਾਰਾਜ ਕਹਿੰਦੇ ਤੁਹਾਨੂੰ ਉਹਦੀ ਪਹਿਚਾਣ ਨਹੀਂ ਹੁੰਦੀ। ਰਾਜਾ ਆਨੰਦ ਕਹਿਣ ਲੱਗੇ, ਕਹਿੰਦੇ ਪਿਤਾ ਜੀ ਉਹ ਕਿਹੜਾ ਪਰਮਾਤਮਾ ਹੈ ਜਿਹੜਾ ਸਾਡੀ ਪਾਲਣਾ ਪੋਸ਼ਣਾ ਕਰਦਾ, ਸਾਡੇ ਨਾਲ ਰਹਿੰਦਾ, ਸਾਨੂੰ ਪਿਆਰ ਕਰਦਾ, ਪਰ ਸਾਨੂੰ ਉਹਦੀ ਪਹਿਚਾਣ ਨਹੀਂ ਹੁੰਦੀ? ਕਿਹੜਾ ਇਦਾਂ ਦਾ ਪਰਮਾਤਮਾ ਹੈ? ਭਗਵਾਨ ਵਾਲਮੀਕੀ ਜੀ ਦਾ ਇੱਕ ਸ਼ਲੋਕ ਹੈ, ਉਹਨਾਂ ਲਿਖਿਆ ਹੈ, ਮਾਤਰ ਦੇਵੋ ਭਵਾ, ਪਿਤਰ ਦੇਵੋ ਭਵਾ, ਦੇਵ ਦੇਵੋ ਭਵਾ। 3 ਲਾਈਨਾਂ ਹੈ, ਮਾਤਰ ਦੇਵੋ ਭਵਾ, ਪਿਤਰ ਦੇਵੋ ਭਵਾ, ਦੇਵ ਦੇਵੋ ਭਵਾ। ਇਹਦਾ ਮਤਲਬ ਕੀ ਹੈ? ਨੋਰਮਲੀ ਵੀ ਜੇ ਅਸੀਂ ਕੋਸ਼ਿਸ਼ ਕਰੀਏ ਨਾ, ਮੈਂ 5 ਘੰਟੇ ਇਹਨਾਂ ਲਾਈਨਾਂ ਤੇ ਬੋਲ ਸਕਦਾ, 5 ਘੰਟੇ ਨੋਰਮਲੀ ਸਿਰਫ ਇਹਨਾਂ 3 ਲਾਈਨਾਂ ਤੇ, ਪਰ ਮੈਂ 10 ਮਿੰਟ 'ਚ ਆਪਣੀ ਗੱਲ ਨੂੰ ਖਤਮ ਕਰ ਦੇਣਾ ਹੈ। ਮਾਤਰ ਦੇਵੋ ਭਵਾ, ਪਿਤਰ ਦੇਵੋ ਭਵਾ, ਦੇਵ ਦੇਵੋ ਭਵਾ। ਪਹਿਲਾ ਸ਼ਬਦ ਹੈ ਮਾਤਰ। ਮਾਤਰ ਦਾ ਮਤਲਬ ਕੀ ਹੁੰਦਾ ਹੈ? ਮਾਂ। ਕਿਹੜੀ ਮਾਂ? ਜਿਹਨੇ ਸਾਨੂੰ ਜਨਮ ਦਿੱਤਾ ਹੈ। ਵਾਲਮੀਕੀ ਭਗਵਾਨ ਜੀ ਨੇ ਮਾਂ ਦੀ ਗੱਲ ਕੀਤੀ ਹੈ, ਪਰ ਉਹ ਮਾਂ ਪਤਾ ਕਿਹੜੀ ਹੈ? ਜਿਹੜੀ ਸਾਨੂੰ ਜਨਮ ਦਿੰਦੀ ਹੈ। ਦੂਸਰੀ ਮਾਂ ਦੀ ਗੱਲ ਵਾਲਮੀਕੀ ਮਹਾਰਾਜ ਨੇ ਨਹੀਂ ਕੀਤੀ, ਭੁਲੇਖੇ 'ਚ ਨਹੀਂ ਰਹਿਣਾ, ਇੱਕੋ ਹੀ ਮਾਂ ਦੀ ਗੱਲ ਕਰਦੇ ਹੈ। ਮਾਤਰ ਦੇਵੋ ਭਵਾ, ਤੁਹਾਡੀ ਆਪਣੀ ਮਾਂ। ਉਹ ਮਾਂ ਜਿਹਦੇ ਸਰੀਰ ਵਿੱਚੋਂ ਤੁਹਾਨੂੰ ਸਰੀਰ ਮਿਲਿਆ ਹੈ, ਜਿਹਦੇ ਸਵਾਸਾਂ ਵਿੱਚੋਂ ਤੁਹਾਨੂੰ ਸਵਾਸ ਮਿਲਿਆ ਹੈ, ਜਿਹਦੇ ਖੂਨ ਵਿੱਚੋਂ ਤੁਹਾਨੂੰ ਖੂਨ ਮਿਲਿਆ ਹੈ, ਉਸ ਮਾਂ ਦੀ ਗੱਲ ਵਾਲਮੀਕੀ ਮਹਾਰਾਜ ਕਰਦੇ ਹੈ। ਮਾਤਰ ਦੇਵੋ ਭਵਾ, ਤੁਹਾਡੀ ਆਪਣੀ ਮਾਂ। ਉਹ ਮਾਂ ਜਿਹਨੇ ਤੁਹਾਨੂੰ ਜਨਮ ਦੇਣ ਦੀ ਖਾਤਰ ਆਪਣੀ ਸੁੰਦਰਤਾ ਤੱਕ ਨੂੰ ਤਿਆਗ ਦਿੱਤਾ ਹੈ। ਉਹ ਮਾਂ ਜਿਹਨੇ ਤੁਹਾਨੂੰ ਜਨਮ ਦੇਣ ਦੀ ਖਾਤਰ ਜਨਮ ਤੇ ਮ੍ਰਿਤਿੂ ਦੇ ਵਿਚਲੇ ਫਾਸਲੇ ਨੂੰ ਤੈਅ ਕੀਤਾ ਹੈ। ਵਿਚਲਾ ਫਾਸਲਾ ਕਿਹੜਾ ਹੈ? ਜਦੋਂ ਮਾਂ ਨੇ ਜਨਮ ਦੇਣਾ ਹੁੰਦਾ ਨਾ ਬੱਚੇ ਨੂੰ, ਜ਼ਿਆਦਾਤਰ ਡਾਕਟਰੀ ਇਲਾਜ ਦੀ ਲੋੜ ਪੈਂਦੀ ਹੈ। ਅੱਜ ਦੇ ਟਾਈਮ ਤੇ ਤਾਂ ਪੈਂਦੀ ਹੈ। ਉਸ ਟਾਈਮ ਡਾਕਟਰ ਕਹਿੰਦੇ ਨੇ ਜਾਂ ਬੱਚਾ ਬਚੇਗਾ ਤੇ ਜਾਂ ਮਾਂ ਬਚੇਗੀ, ਇੱਕ ਬਚਣਾ ਹੈ। ਕਈ ਵਾਰੀ ਡਾਕਟਰ ਲੱਖ ਕੋਸ਼ਿਸ਼ ਕਰਦੇ ਨੇ, ਬੱਚਾ ਬਚ ਜਾਂਦਾ ਹੈ ਪਰ ਮਾਂ ਦੀ ਮ੍ਰਿਤਿੂ ਹੋ ਜਾਂਦੀ ਹੈ। ਆਪਣਾ ਜੀਵਨ ਸਮਾਪਤ ਕਰਕੇ ਸਾਨੂੰ ਜੀਵਨ ਦਾਨ ਦਿੱਤਾ ਹੈ, ਉਸ ਮਾਂ ਦੀ ਗੱਲ ਵਾਲਮੀਕੀ ਮਹਾਰਾਜ ਕਰਦੇ ਹੈ। ਮਾਤਰ ਦੇਵੋ ਭਵਾ। ਕਈ ਵਾਰ ਇਦਾਂ ਦੇ ਕੇਸ ਹੁੰਦੇ ਹੈ, ਮਾਂ ਦੀ ਮੌਤ ਹੋ ਜਾਂਦੀ ਹੈ, ਬੱਚੇ ਨੂੰ ਬਾਅਦ 'ਚ ਉਹਦੇ ਗਰਭ ਦੇ ਵਿੱਚੋਂ ਆਪਰੇਸ਼ਨ ਦੇ ਨਾਲ ਕੱਢਿਆ ਜਾਂਦਾ ਹੈ, ਬੱਚਾ ਠੀਕ ਠਾਕ ਹੁੰਦਾ ਹੈ। ਇਸੇ ਕਰਕੇ ਵਾਲਮੀਕੀ ਮਹਾਰਾਜ ਨੇ ਲਿਖਿਆ ਹੈ, ਮਾਤਰ ਦੇਵੋ ਭਵਾ, ਤੁਹਾਡੀ ਆਪਣੀ ਮਾਂ ਤੋਂ ਇਲਾਵਾ ਤੁਹਾਡੇ ਵਾਸਤੇ ਕੋਈ ਦੇਵੀ ਨਹੀਂ ਹੋ ਸਕਦੀ।
ਮਾਤਰ ਦੇਵੋ ਭਵਾ। ਕੌਣ ਦੇਵ ਆ ਤੁਹਾਡੇ ਵਾਸਤੇ? ਤੁਹਾਡੀ ਆਪਣੀ ਮਾਂ। ਇਹ ਉਹਨਾਂ ਦੇ ਸ਼ਬਦ ਨੇ। ਕਹਿੰਦੇ ਉਹ ਮਾਂ ਜਿਹਨੇ ਤੁਹਾਨੂੰ ਜਨਮ ਦੇਣ ਦੀ ਖਾਤਰ ਆਪਣੀ ਜ਼ਿੰਦਗੀ ਦੇ ਕਈ ਨਿਯਮਾਂ ਨੂੰ ਬਦਲ ਦਿੱਤਾ ਹੈ। ਉਹ ਮਾਂ ਜਿਹਨੇ ਤੁਹਾਡੀ ਖੁਸ਼ੀ ਵਿੱਚ ਖੁਸ਼ੀ ਤੇ ਤੁਹਾਡੇ ਰੋਣ ਵਿੱਚ ਆਪਣੇ ਜੀਵਨ ਦਾ ਰੋਣ ਸਮਝਿਆ ਹੈ। ਉਹ ਮਾਂ ਜਿਹਨੇ ਤੁਹਾਡਾ ਕਰਕੇ ਆਪਣੀ ਜ਼ਿੰਦਗੀ ਦਾ ਸਭ ਕੁਝ ਦਾਅ ਤੇ ਲਗਾ ਦਿੱਤਾ ਹੈ। ਉਸ ਮਾਂ ਦੀ ਗੱਲ ਵਾਲਮੀਕੀ ਮਹਾਰਾਜ ਕਰਦੇ ਹੈ। ਅਧਿਆਇ ਨੰਬਰ 3 ਵਿੱਚ ਵੀ ਸ਼ਲੋਕ ਆਂਦਾ ਹੈ, ਜਨਨੀ ਔਰ जन्म भूमि स्वर्ग से भी बढ़कर है। कुछ लोग स्वर्गां दी गल करते हैं। वाल्मीकि महाराज ने भी स्वर्ग की गल की है। इस श्लोक विच स्वर्ग का जिक्र है। बहुत सारे लोग स्वर्गां च जाना चाहते हैं पर मरना कोई नहीं चाहता है। स्वर्गां च जाना चाहते हैं। उन्हां वास्ते वाल्मीकि भगवान जी ने लिखा है, जननी जो समाज को जन्म देती है औरत, जन्म भूमि जिस धरती ते असी जन्म लिया है, स्वर्ग से भी बढ़कर है। कहते वो नज़ारा स्वर्गां विच, धन दौलतां विच, जमीन जायदादां विच नहीं हुंदा जो एक बच्चे नूं अपनी मां दी गोद विच मिलदा है। उस स्वर्ग दी गल वाल्मीकि महाराज करदे हैं। दुनिया ते इक्को ही जगह सुरक्षित है तुहाडे वास्ते, वो साडी मां दी गोद हुंदी है। उस तो इलावा कोई सुरक्षित जगह दुनिया ते नहीं हैगी। जननी जन्म भूमि स्वर्ग से बढ़कर है। एक प्रश्न आंदा वाल्मीकि महाराज जी का इसी कथा दे विच, जदों राजा आनंद ते महर्षि भरद्वाज, राजा सुमेध सारे उन्हां दे चरनां च बैठे है ते वाल्मीकि महाराज ने एक प्रश्न भी कीता है। कहंदे सारी दुनिया कहंदी है प्यार अन्ना हुंदा है, लव इज ब्लाइंड, प्रेम अंधा होता है। सानू पता प्यार अन्ना क्यों हुंदा है? नहीं पता। अपने हिसाब नाल कुछ गल्लां बनाईयां होईयां पर वो अथेंटिक नहीं हैगियां, वो प्रमाणिक नहीं हैगियां, वो कोलों बनाईयां होईयां गल्लां हैं। वाल्मीकि महाराज जी ने पूछा, कहंदे प्रेम क्यों अंधा होत है? कहंदे प्यार अन्ना क्यों हुंदा है? कुछ तो करो विचार। कहंदे विचार दिओ कि प्यार अन्ना क्यों हुंदा है। एक सेवादार ने हथ खड़ा करके जवाब दिता है, लड़का लड़की की गल कर दी। कहंदे प्रेम चन्ने हो जाते हैं, माँ बाप नूं भुल जाते हैं। भगवान वाल्मीकि जी कहंदे गलत है। दूसरे ने हथ खड़ा करके जवाब दिता है, कहंदे एक धन दौलत दे प्रेम चन्ना हो जाता इंसान। उन्होंने ये पूछा ना प्यार अन्ना क्यों हुंदा है, तो वाल्मीकि महाराज ने कहा गलत है। तीसरे ने हाथ खड़ा करके कहा कि एक शौहरत दे प्रेम चन्ना हो जाता इंसान। वाल्मीकि महाराज कहंदे ये भी गलत है। हुण उन्हां दे श्लोक दे विच ही जवाब है, श्लोक दे विच ही जवाब है। ध्यान नाल सुनियो श्लोक, प्रेम क्यों अंधा होत है, कुछ तो करो विचार, बिन दृष्टि माँ प्रेम करे। आ गया जवाब, बिन दृष्टि माँ प्रेम करे, कैसा यह उपकार, कहे ये योग वशिष्ठ विचार। दृष्टि नज़र नूं कहंदे है। कहंदे माँ बिना देखे प्यार करदी है, बिन दृष्टि माँ प्रेम करे, बिना देखे प्यार करदी है। भरद्वाज जी कहंदे पिता जी माँ बिना देखे प्यार कदों करदी है? वाल्मीकि महाराज जी दसदे ने, कहंदे कोई तुहानू 5 साल तो जानदा है, कोई तुहानू 10 साल तो जानदा है, कोई तुहानू 20 साल तो जानदा है, पर इस संसार नालों 9 महीने ज़्यादा तुहानू तुहाडी माँ जानदी है। 9 महीने सिर्फ तुसी अपनी माँ दे कोल ही रहे, उन्हां दे गर्भ दे विच। कहंदे जदों तुसी गर्भ दे विच हुंदे हो, उस माँ नूं नहीं पता हुंदा ये लड़का है या लड़की है, ये गोरे रंग दा है जां काले रंग दा है, इन्हें मेरे नाल रहना जां मैनू छड्ड के चले जाना, उस माँ नूं कुछ नहीं पता है। भगवान वाल्मीकि जी लिखते ने, तुहानू बिना देखे, बिना परखे, बिना जान पहचान तो अपनी जान तो भी ज़्यादा प्यार करती है।
प्रेम अंधा इसलिए होता है क्योंकि तुम्हारी माँ ने तुझको बिना देखे प्यार किया। कहते प्यार इस करके अंधा हुंदा है, तुहाडी माँ तुहानू बिना देखे प्यार करती है। सही जवाब यही है। उस टाइम तो प्यार करती है जदों असी उन्हां दे गर्भ विच हुंदे हैं, और ऐसा प्यार करती है उहदे वर्गा प्यार तुहानू दुनिया ते कोई होर कर ही नहीं सकता है। अगर वाल्मीकि महाराज जी ने एक गल लिखी है इनू झुठलाया नहीं जा सकता है। अगर मेरे वर्गे ने जां तुहाडे वर्गे ने किसी ने कही हुंदी तो उन्होंने हो सकता इग्नोर कर भी देंदे, पर उन्हां दी रचना नू इग्नोर नहीं किया जा सकता है। प्रेम क्यों अंधा होता है कुछ तो करो विचार, बिन दृष्टि माँ प्रेम करे कैसा यह उपकार, कहे ये योग वशिष्ठ विचार। त्याग, जिहड़ी कामयाबी है ना वो त्याग मंगदी है। तुहाडे सुपनिਆਂ ਨੂੰ चार चंद लगने ना तो उन्हें त्याग मंगना है। हुण एक त्याग बहुत बड़ा त्याग है एक माँ का। जो बच्चा गर्भ च हुंदा ना 280 दिन 9 महीने, तो इंजैक्शन जेडे वो बच्चे दे लगने हुंदे है। इंजैक्शन हुंदे है बच्चे दे, पर बच्चा कित्थे है? गर्भ च है। तो इंजैक्शन किहदे लगदे है? माँ दे लगदे है। वॉमिटिंग उल्टी, पुरुष प्रधान साडा देश है। पुरुष भावें 5 पढ़िया होवे, घर वाली ने MA कीती होवे, फिर भी वो जोर ला दिंदा कि गल मेरी ही मन्नी जानी है, क्योंकि मानसिकता विच कूड़ा है ना। असी हमेशा उस चीज़ नूं दबा के रखना चाहुंदे हैं। हुण वाल्मीकि महाराज की लिखते हैं, कहते वो इंजैक्शन सारे आपां देखिया ही है प्रैक्टिकल माँ दे लगते हैं। हैगे बच्चे दे इंजैक्शन पर लगते किदे है? माँ दे। वो सारियां तकलीफां जो बोले सो निर्भय। भगवान वाल्मीकि महाराज की जय। अगर सानू एक टाइम उल्टी आ जाए ना, एक टाइम दिन दे विच, तां पूरा दिन साडा शरीर टिकाणे नहीं आंदा है। जदों तुसी कुछ खाना ना वो बड़ी आसानी नाल तुहाडी स्टमक विच जाना है, पर जदों अंदर गया होया भोजन बाहर सिੱਟਣਾ ना, तो बालां तो भी पतलियां नाड़ियां है, पूरी बॉडी का जोर लगता है उन्होंने बाहर कढ़ण नूं, तां सारा दिन साडी बॉडी टिकाणे नहीं आती। हुण त्याग, कुछ मावां इदां दियां ने जदों गर्भ धार लैंदियां ने तां पहले दिन तो उल्टी आनी शुरू हो जाती है। पहले दिन तो 9 महीने तक चलती है पूरा टाइम। इदां दियां मावां, हर बंदे दा बॉडी का अपना एक स्ट्रक्चर है, तो सारा जिहड़ा 9 महीने का टाइम है ना किन्नियां मुश्किलां च निकलदा है। इस तो बड़ा त्याग किहड़ा हो सकता है? कोई भी नहीं हो सकता है। इस करके वाल्मीकि भगवान जी लिखते ने, मात्र देवो भवा तुहाडी अपनी माँ, वो माँ जिन्हें तुहानू जन्म दिता है। हुण जिन्ने भी लोग इत्थे बैठे ने मेरे भैन भरा, साडे दिमाग 'च शुरू तो एक गल पाई गई कि गुरु बिना गत ना, शाह बिना पत ना, भी तुहानू मुक्त होने वास्ते गुरु धारना पैंदा है, तुहानू नाम दान लेना पैंदा है, तुहानू पूजा अर्चनावां करनियां पैंदियां ने, दान पुण्य करना पैंदा है, संतां महापुरुषां दे पैर धो धो के पीने पैंदे ने। पर वाल्मीकि महाराज की लिखते हैं, उहदे वल ध्यान दईए। जिहड़े लोग मुक्त होना चाहुंदे ना जींदे जी, उन्हां वास्ते एक कथा है। भगवान वाल्मीकि जी लिखते ने, बहुत सारे लोग मैनू भी कई पुछते ने, बहुत सारे। महाराज जी का श्लोक है, मातृ देवो भवा पितृ देवो भवा देव देवो भवा। असी जठेरियां दे चक्कर च भी पए हुए हैं, जठेरियां दे भी मेले आंदे, उत्थे भी असी कमले होए फिरदे हैं। एक लड़के का मैनू फोन आया जलंधर तो, मैनू फोन करके कहंदा, पारस जी जय वाल्मीकि,
ਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਹੈ, ਹਰ ਹਰ ਵਾਲਮੀਕੀ। ਕਹਿੰਦਾ ਜੀ ਤੁਸੀਂ ਸਾਡੇ ਪ੍ਰਚਾਰਕ ਹੈ, ਤੁਹਾਨੂੰ ਇੱਕ ਗੱਲ ਪੁੱਛਣੀ ਹੈ। ਮੈਂ ਕਿਹਾ ਹਾਂਜੀ ਪੁੱਛੋ। ਕਹਿੰਦਾ ਜੀ ਸਾਡੇ ਜਠੇਰੇ ਕਿੱਥੇ ਹੈ? ਉਹ ਮੁੰਡਾ ਭੱਟੀ ਪਰਿਵਾਰ ਚੋਂ ਸੀ, ਅਸ਼ਵਨੀ ਭੱਟੀ। ਭੱਟੀ, ਮੱਟੂ, ਸਹੋਤੇ, ਬੌਤ, ਗਿੱਲ, ਸੱਭਰਵਾਲ, ਨਾਹਰ, ਸਹੋਤੇ, ਇਹ ਸਾਰੇ ਗੋਤ ਹੈ। ਅਸੀਂ ਗੋਤਾਂ ਵਿੱਚ ਵੀ ਉਲਝੇ ਹੋਏ ਹਾਂ। ਮੈਨੂੰ ਕਹਿੰਦਾ ਜੀ ਸਾਡੇ ਜਠੇਰੇ ਕਿੱਥੇ ਹੈ? ਮੈਂ ਕਿਹਾ ਤੁਸੀਂ ਮੈਨੂੰ ਦੱਸੋ ਹੋਇਆ ਕੀ? ਕਹਿੰਦਾ ਜੀ ਅਸੀਂ ਕਿਸੇ ਸਿਆਣੇ ਕੋ ਗਏ ਸੀ, ਜਿਨ੍ਹਾਂ ਦੇ ਘਰ ਚੁਲਝਣਾ ਪਈਆਂ ਨਾ, ਹਰ ਘਰ ਚੁਲਝਣ ਹੈ। ਔਰ ਇਹ ਕਹਾਣੀ ਨੂੰ ਮਨਨ ਕਰਨ ਤੋਂ ਬਾਅਦ ਤੁਹਾਡੀ ਉਲਝਣ ਸਵੇਰੇ ਖਤਮ ਹੋ ਜਾਣੀ, ਸਵੇਰੇ ਹੀ ਹੋ ਜਾਣੀ ਹੈ। ਪਰ ਹੋਣੀ ਕਿੱਦਾਂ ਹੈ? ਜਿੱਦਾਂ ਵਾਲਮੀਕੀ ਮਹਾਰਾਜ ਜੀ ਨੇ ਲਿਖਿਆ ਹੈ, ਅਗਰ ਉੱਦਾਂ ਹੀ ਮੰਨਾਂਗੇ ਫਿਰ ਹੋਣੀ ਹੈ, ਉੱਦਾਂ ਨਹੀਂ ਹੋਣੀ ਭਾਵੇਂ ਸੁਣੀ 20 ਵਾਰੀ ਜਾਇਓ। ਤੁਹਾਡਾ ਸਵੇਰੇ ਮਸਲਾ ਹੱਲ ਹੋ ਜਾਣਾ, ਜਿਨ੍ਹਾਂ ਦੇ ਘਰਾਂ 'ਚ ਉਲਝਣਾ ਹੈਗੀਆਂ। ਗਰੰਟੀ ਹੈ 100% ਇਸ ਗੱਲ ਦੀ। ਹੁਣ ਵਾਲਮੀਕੀ ਮਹਾਰਾਜ ਜੀ ਕੀ ਲਿਖਦੇ ਨੇ ਤਾਂ ਆਪਾਂ ਕੀ ਜੀ ਰਹੇ ਹਾਂ। ਉਸ ਲੜਕੇ ਨੂੰ ਮੈਂ ਪੁੱਛਿਆ ਜੀ ਹੋਇਆ ਕੀ? ਕਹਿੰਦਾ ਜੀ ਅਸੀਂ ਇੱਕ ਸਿਆਣੇ ਕੋ ਗਏ ਸੀ, ਤੇ ਸਿਆਣਾ ਸਾਨੂੰ ਕਹਿੰਦਾ ਹੈ ਤੁਹਾਡੇ ਨਾ ਵੱਡ ਵਡੇਰੇ ਰੁੱਸੇ ਹੋਏ ਹੈ। ਜਦੋਂ ਵੀ ਸਾਡੇ ਘਰ 'ਚ ਕੋਈ ਉਲਝਣ ਪੈਂਦੀ ਆਪਾਂ ਪੁੱਛਦੇ ਨਾ ਸਿਆਣੇ ਕੋ, ਇਹਦਾ ਮਤਲਬ ਅਸੀਂ ਕਮਲੇ ਹਾਂ, ਅਸੀਂ ਸਿਆਣੇ ਕੋ ਜਾਂਦੇ ਹਾਂ। ਸਾਡੇ ਇੱਕ ਬਾਬੇ ਦਾ ਨਾਮ ਹੈ ਬੁੱਧੂ ਬਾਬਾ, ਨਾਮ ਹੈ ਬੁੱਧੂ ਬਾਬਾ। ਉਹ ਬੁੱਧੂ ਸਾਨੂੰ ਬਣਾਇਆ ਹੋਇਆ, ਉਹਦਾ ਨਾਮ ਹੈ ਬੁੱਧੂ। ਜਿਹਦਾ ਨਾਮ ਹੁੰਦਾ ਉਹ ਬੁੱਧੂ ਹੁੰਦਾ, ਜਾਂ ਜਿਹੜਾ ਬਣਦਾ ਉਹ ਹੁੰਦਾ? ਜਿਹੜਾ ਬਣਦਾ ਉਹ ਹੁੰਦਾ ਹੈ। ਉਹ ਲੜਕੇ ਨੂੰ ਪੁੱਛਿਆ, ਕਹਿੰਦਾ ਜੀ ਸਾਡੇ ਨਾ ਘਰ 'ਚ ਕੋਈ ਉਲਝਣ ਪਈ ਹੋਈ ਹੈ, ਤੇ ਸਾਨੂੰ ਸਿਆਣੇ ਨੇ ਕਿਹਾ ਵੀ ਵੱਡ ਵਡੇਰੇ ਤੁਹਾਡੇ ਜਠੇਰੇ ਕਿੱਥੇ, ਉਹਨਾਂ ਦੀ ਪੂਜਾ ਕਰੋ, ਤੁਹਾਡਾ ਕੰਮ ਸਹੀ ਹੋ ਜਾਣਾ। ਮੈਂ ਉਸ ਲੜਕੇ ਨੂੰ ਕਿਹਾ, ਮੈਂ ਕਿਹਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਡੇ ਜਠੇਰੇ ਕਿੱਥੇ ਆ, ਮੈਨੂੰ 2-3 ਗੱਲਾਂ ਦਾ ਜਵਾਬ ਦੇ ਦਿਓ। ਤੁਹਾਡੇ ਨਾਲ ਗੱਲ ਕਰਦੇ ਕਰਦੇ ਆਪਾਂ ਤੁਹਾਡੇ ਜਠੇਰੇ ਲੱਭ ਲੈਣੇ ਆ। ਕਹਿੰਦਾ ਜੀ ਹਾਂਜੀ ਪੁੱਛੋ। ਮੈਂ ਕਿਹਾ ਤੁਸੀਂ ਕਿੰਨੇ ਭੈਣ ਭਰਾ ਹੋ? ਕਹਿੰਦਾ ਜੀ 4। ਕਿੰਨੇ ਭੈਣ ਭਰਾ? 4। 3 ਭਰਾ ਤੇ 1 ਭੈਣ। ਮੈਂ ਕਿਹਾ ਜੀ ਵਿਆਹੇ ਕਿੰਨੇ ਆ? ਕਹਿੰਦਾ ਜੀ 4 ਵਿਆਹੇ ਹੋਏ ਆ। 4 ਭੈਣ ਭਰਾ, 3 ਭਰਾ ਤੇ 1 ਭੈਣ ਹੈ, 4 ਵਿਆਹੇ ਹੋਏ ਆ। ਮੈਂ ਪੁੱਛਿਆ ਜੀ ਮਾਤਾ ਪਿਤਾ? ਕਹਿੰਦਾ ਜੀ ਪਿਤਾ ਜੀ ਦੀ ਤਾਂ ਮੌਤ ਹੋ ਗਈ ਸੀ, 5-6 ਸਾਲ ਹੋ ਗਏ, ਸਾਡੀ ਮਾਂ ਹੈਗੀ ਹੈ। ਤੇ ਮੈਂ ਕਿਹਾ ਜੀ ਮਾਂ ਕਿੱਥੇ ਰਹਿੰਦੀ ਹੈ? ਕਹਿੰਦਾ ਪਾਰਸ ਜੀ ਸਾਡੀ ਨਾ ਛੋਟੀ ਭੈਣ ਹੁਸ਼ਿਆਰਪੁਰ ਵਿਆਹੀ ਹੈ, ਪਿਤਾ ਜੀ ਦੀ ਮੌਤ ਤੋਂ ਬਾਅਦ 3 ਸਾਲ ਹੋ ਗਏ, 2.5 ਸਾਲ, ਸਾਡੀ ਮਾਂ ਤਾਂ ਛੋਟੀ ਕੁੜੀ ਕੋ ਰਹਿੰਦੀ ਹੈ, ਉਹ ਤਾਂ ਸਾਨੂੰ ਫੋਨ ਵੀ ਨਹੀਂ ਕਰਦੀ, ਕਦੇ ਮਿਲਣ ਵੀ ਨਹੀਂ ਆਈ ਸਾਨੂੰ। ਮੈਂ ਕਿਹਾ ਭੱਟੀ ਸਾਹਿਬ ਤੁਹਾਡੇ ਜਠੇਰੇ ਲੱਭ ਗਏ, ਲੱਭ ਗਏ ਜਠੇਰੇ। ਮੈਂ ਕਿਹਾ ਫੋਨ ਕੱਟੋ ਤੇ ਮਨਾ ਲਓ ਜਾ ਕੇ, ਉਹੀ ਰੁੱਸੀ ਹੋਈ ਹੈ, ਹੋਰ ਕੋਈ ਨਹੀਂ ਰੁੱਸਿਆ ਤੁਹਾਡੇ ਨਾਲ। ਪੁੱਤ ਜਠੇਰੇ ਲੱਭਦਾ ਫਿਰਦਾ, ਜਦੋਂ ਜਠੇਰੇ ਜੀਂਦੇ ਆ ਉਦੋਂ ਘਰੋਂ ਕੱਢੇ ਹੋਇਆ। ਮੈਂ ਕਿਹਾ ਮਨਾ ਲਓ ਜਾ ਕੇ। ਬੇਟੀ ਕੋ ਰਹਿੰਦੀ ਹੈ ਮਾਂ, ਇਹਦੇ 'ਚ ਬੁਰਾਈ ਕੋਈ ਨਹੀਂ ਹੈ, ਕੋਈ ਬੁਰਾਈ ਨਹੀਂ ਇਹਦੇ 'ਚ। ਮਾਂ ਸਾਰੀ ਜ਼ਿੰਦਗੀ ਆਪਣੀ ਬੇਟੀ ਕੋ ਰਹਿ ਸਕਦੀ ਹੈ, ਅੰਤ ਸਾਹ ਤੱਕ ਰਹਿ ਸਕਦੀ ਹੈ। ਜਿੰਨਾ ਹੱਕ ਬੇਟੇ ਦਾ ਓਨਾ ਹੱਕ ਬੇਟੀ ਦਾ ਵੀ ਹੈ। ਮਾਂ ਬੇਟੀ ਕੋਲ ਰਹਿ ਸਕਦੀ ਹੈ, ਪਰ 3 ਬੇਟਿਆਂ ਦੇ ਹੋਣ ਦੇ ਬਾਵਜੂਦ ਵੀ ਬੇਟੀ ਕੋ ਰਹਿੰਦੀ ਹੈ, ਇਹਦੇ 'ਚ ਬੁਰਾਈ ਹੈ। ਵੈਸੇ ਬੇਟੀ ਕੋ ਰਹਿਣ 'ਚ ਕੋਈ ਬੁਰਾਈ ਨਹੀਂ ਹੈਗੀ। 3 ਬੇਟੇ ਹੋਣ ਤੋਂ ਬਾਅਦ ਵੀ ਬੇਟੀ ਕੋ ਰਵੇ, ਇਹਦੇ 'ਚ ਬੁਰਾਈ ਹੈ। ਤੇ ਮੈਂ ਕਿਹਾ ਮਨਾ ਲਓ ਜਾ ਕੇ, ਉਹੀ ਰੁੱਸੀ ਹੋਈ ਹੈ। ਬਾਅਦ 'ਚ ਤੁਸੀਂ ਕਹਿਣਾ ਸਾਡੇ ਪਾਲਮਪੁਰ ਜਠੇਰੇ ਹੈ, ਸਾਡੇ ਅੰਬ ਸ਼ਹਿਰ ਜਠੇਰੇ ਹੈ, ਸਾਡੇ ਮਕਲੋੜਗੰਜ ਜਠੇਰੇ, ਪਤਾ ਨਹੀਂ ਕਿੱਥੇ ਕਿੱਥੇ ਤੁਸੀਂ ਕੰਧਾਂ 'ਚ ਟੱਕਰੇ ਮਾਰਨੀਆਂ। ਤਾਂ ਜਦੋਂ ਜਠੇਰੇ ਜੀਂਦੇ ਹੈ ਉਦੋਂ ਤੁਸੀਂ ਘਰੋਂ ਕੱਢੇ ਹੋਏ ਹੈ। ਹੁਣ ਵਾਲਮੀਕੀ ਮਹਾਰਾਜ ਲਿਖਦੇ ਨੇ ਮਾਤਰ ਦੇਵ ਭਵਾ ਪਿਤਰ ਦੇਵੋ ਭਵਾ। ਦੂਸਰਾ ਦਰਜਾ ਆ ਗਿਆ ਜੀ। ਮੈਂ ਗੱਲ ਸਮਾਪਤੀ ਵੱਲ ਜਾ ਰਿਹਾ। ਪਿਤਰ, ਹੁਣ ਪਿੱਤਰ ਦਾ ਮਤਲਬ ਕੀ ਹੁੰਦਾ ਹੈ? 99% ਲੋਕਾਂ ਨੂੰ ਨਹੀਂ ਪਤਾ ਪਿੱਤਰ ਦਾ ਮਤਲਬ ਕੀ ਹੁੰਦਾ ਹੈ। ਪਿੱਤਰ ਦਾ ਮਤਲਬ ਹੁੰਦਾ ਹੈ ਪਿਤਾ। ਹੁਣ ਪਿਤਾ ਦਾ ਮਤਲਬ ਕੀ ਹੁੰਦਾ ਹੈ ਇਹ ਵੀ ਨਹੀਂ ਪਤਾ। ਅਸੀਂ ਕਹਿੰਦੇ ਸਾਡੇ ਪਿਤਾ ਜੀ ਹੈ, ਪਰ ਵਾल्मीकि भगवान जी ने ਉਹਦਾ ਮਤਲਬ ਵੀ ਦੱਸਿਆ। पिता किसको कहते हैं? कहते जिसे हमारी ज़रूरतों का, जिसे हमारे सुख का, जिसे हमारे दुख का, जो दुनिया के अंदर हमारे मन की
तमाम प्रकार की इच्छाओं के बारे में पता रखता है, दुनिया की भाषा में उसी को पिता कहते हैं। कहते जिन्हों साडे बारे सारा कुछ पता हुंदा ना, उन्हों ही पिता कहते हैं। जिन्हों साडे बारे कुछ पुछना या दसना नहीं पैंदा, उन्हों ही पिता कहते हैं। चाचे नूं पिता कहते कदे नहीं, क्योंकि उन्होंने साडे बारे पता नहीं हुंदा। मामे नूं भी पिता नहीं कहते। पिता सिर्फ उन्होंने कहते हैं जो साडे बारे सारा कुछ पता रखता है। जे माँ सानू 9 महीने गर्भ च रखती है ना, तो पिता सारी जिंदगी सानू अपने दिमाग च रखता है। जे माँ सानू जन्म दिंदी है, तो पिता उस जन्म नू सवारदा है, उस जन्म नू जीण दे उपराले करदा है। पिता वो शख्सियत है साडे जीवन विच जिहदे मन विच ये संकल्प हुंदा है, मेरे बच्चे मेरे तो भी ज़्यादा कामयाब होण। ये सिर्फ एक पिता ही सोच सकता है, ताया नहीं सोच सकता है। पिता का एक कमरा हुंदा है, मासड़ दियां 10 कोठियां हैं, असी पूरे माण नाल किहदे च वड़दे हैं? जाके एक कमरे च ही वड़दे हैं। पिता का एक मरला जमीन है, मामे दे 10 किले है, सानू हिस्सा किहदे चों मिलना है? पिता वाले चों मिलना है। जदों भी असी मुसीबत च हुन्ने हैं, गलती साडी हुंदी है, गुनेगार असी हैं। साडी गलती तो बाद एक शख्स हुंदा है जिहड़ा सारियां दे पैरीं हत्थ ला के माफ़ी मंगदा हुंदा है, इहदी जगह मैनू माफ़ कर दिओ। कौन हुंदा है? पिता ही हुंदा है। तो वाल्मीकि महाराज ने एवें नहीं लिखिया है, पितृ देवो भवा। जदों भी साडे वास्ते करजा चकना पैंदा, कौन चकदा है? सुनिया कदे मामे ने करजा चक्या? मैं ला दूंगा, ऐदा हुंदा? पिता ही चकदा है, कोई नहीं चकदा है। साडा जीवन किदां दा है? थोड़े दिन पहले एक घर मैं मिलन गया बच्चों नूं, उन्होंने कनेडा जाना है अगले महीने। भैन भरा दा दोनों का वीज़ा लग गया कैनेडा का। उन्होंने मिलन गया, जिथे उन्होंने रहना उसका प्रबंध आपां कीता रहण दा, उत्थे अपनी जान पछाण दे लोग हैगे। जदों मिलन गया तो वो लड़का ते लड़की दोने भैन भरा पढ़े लिखे है। वो किते गए हुए सी मत्था टेकण कि साडा वीज़ा लग गया। सुनियो ध्यान नाल, साडा जीवन किदां दा है। मैं 1.5-2 घंटे वेट की उन्हां दी। वो 1.5-2 घंटे बाद आए दोने भैन भरा। मैं पूछया कित्थे गया सी? कहंदे जी वो वीज़ा अपलाई करन तो पहले ना सुखना सुखी सी, तो वो डब्बा चढ़ाउण गए सी असीं बाबा जी को। मैं कहा अच्छा। मैं कहा किन्ना पढ़े हैं? बेटा कहंदा मैं +2 की है, बेटी ने ग्रैजुएशन की है। मैं कहा भी जिन्ना भी पढ़ाई ते खर्चा होया किने कीता है? किने कीता है? माता पिता ने। एडमिशन फीस किने दिती? माता पिता ने। मंथली फीस किने दिती? माता पिता ने। कॉलेज स्कूल यूनिवर्सिटी जाण दा जेब च खर्चा किने पाया? माता पिता ने। मोबाइल किने लैके दिता है? माता पिता ने। जे कंप्यूटर लैपटॉप की लोड़ पई तां किने लैके दिता है? माता पिता ने। हुण कनेडा वास्ते 25 लाख रुपया कर्जा किने चक्या? माता पिता ने। जदों साल 2 साल उत्थे सैट नहीं होना तो पिछे पैसे किने भेजने हैं? किने भेजने? माता पिता ने। तो कुड़ी मुंडा डब्बा किते होर ही चढ़ाया जाके। डब्बा कित्थे चढ़ाउणा चाहीदा सी? घरे ही चढ़ाउणा चाहीदा सी डब्बा। चुप करके डब्बा लियाते, महाराज का नाम लेंदे, अपने माँ बाप का मूँह मिठा करांदे। वो समझ सफल हो गया सी जीवन। सारा कुछ माँ बाप ने कीता है। ब्रेन ते स्ट्रैस माँ बाप दे रहनी है। जिन्ना चिर PR मिल के मिलन नहीं आता है तो डब्बा किते होर ही चढ़ा है। पढ़े लिखे बच्चों का भी ये हाल है, तो जेडे बेचारे वैसे मातड़ है मेरे वर्गे, उन्हों का की हाल होगा? वाल्मीकि महाराज लिखते हैं, मातृ देवो भवा, पितृ देवो भवा, देव देवो भवा। कथा शुरू होने तो पहले क्या सी ना कि परमात्मा तुहाडे नाल रहिंदा है। कौन रहिंदा जी तुहाडे नाल? माता पिता, उही रहिंदे हैं। वाल्मीकि महाराज ने लिखिया सी परमात्मा तुहानू समेटदा है। कौन समेटदा सानू? माता ते पिता है। वाल्मीकि भगवान जी ने लिखिया सी कि परमात्मा तुहाडी पालना पोषणा करदा है।
कौन करदा पालना पोषण? तुहानूं सवारदा है, सजांदा है, तुहाडे कामयाब होने वास्ते पुरुषार्थ करदा है, ते सारा कुछ कौन करदा है? जवाब पहले दे दिता सी वाल्मीकि महाराज ने, कथा शुरू होने तो पहले ही जवाब दे दिता सी। पर कुछ लोगों को कहानी समझ आती है ना, मातृदेव भवा पितृदेव भवा देव देवो भवा। ਜਿਹੜੇ ਲੋਕਾਂ ਦੇ ਉਲਝਣ ਪਈ ਹੈ ਉਹ ਸੁਣ ਲਓ, 1 ਮਿੰਟ 'ਚ ਗੱਲ ਖਤਮ ਕਰਨ ਲੱਗਾ। ਵਾਲਮੀਕੀ ਮਹਾਰਾਜ ਕਹਿੰਦੇ ਸੋਨੇ ਦੀ ਚੀਜ਼ ਹੈ, ਤੁਹਾਡੇ ਕਮਰੇ 'ਚ ਗਵਾਚੀ ਹੈ। ਗਵਾਚੀ ਕਿੱਥੇ ਹੈ? ਕਮਰੇ 'ਚ। ਲੱਭਦੇ ਕਿੱਥੋਂ? ਛੱਤ ਤੋਂ, ਗਲੀ 'ਚੋਂ, ਵਿਹੜੇ 'ਚੋਂ ਲੱਭ ਜੂਗੀ। ਜਿਹੜੀ ਕਮਰੇ 'ਚ ਗਵਾਚੀ ਹੈ ਤੇ ਲੱਭਣੀ ਕਿੱਥੇ ਹੈ? ਕਮਰੇ 'ਚ ਹੀ ਲੱਭਣੀ ਹੈ ਨਾ, ਉਹ ਛੱਤ ਤੇ ਤਾਂ ਲੱਭ ਨਹੀਂ ਸਕਦੀ। ਤਾਂ ਜਿਹੜੀਆਂ ਮੁਸੀਬਤਾਂ ਤੁਹਾਡੇ ਘਰ ਤੋਂ ਪਈਆਂ ਉਹ ਕਿਸੇ ਸਾਧ ਕੋ ਜਾ ਕੇ ਨਿਕਲ ਜਾਣਗੀਆਂ, ਉਹ ਕਿਸੇ ਕੋ ਨਾਮਦਾਨ ਲੈ ਕੇ ਨਿਕਲ ਜਾਣਗੀਆਂ, ਉਹ ਕਿਸੇ ਨੂੰ ਚੜਾਵਾ ਚੜਾ ਕੇ ਨਿਕਲ ਜਾਣਗੀਆਂ। ਸੋਨੇ ਦੀ ਚੀਜ਼ ਕਮਰੇ 'ਚ ਗਵਾਚੀ ਹੈ ਤੇ ਕਮਰੇ 'ਚੋਂ ਲੱਭਦੀ ਹੈ। ਜੇ ਤੁਹਾਡੇ ਘਰ ਤੋਂ ਮੁਸੀਬਤ ਪਈ ਨਾ ਜ਼ਿੰਦਗੀ 'ਚ ਤਾਂ ਉਹ ਘਰ 'ਚ ਹੀ ਨਿਕਲਣੀ ਹੈ, ਉਹ ਬਾਹਰ ਨਹੀਂ ਕਿਤੇ ਨਿਕਲਣੀ। ਹੁਣ ਮੁਸੀਬਤ ਕਿੱਥੇ ਪਈ ਹੈ ਇਹ ਸੁਣ ਲਓ, ਕੱਢਣੀ ਕਿੱਦਾਂ ਉਹ ਵੀ ਨਾਲ ਹੀ ਦੱਸ ਦੇਣਾ। ਅਗਰ ਤੁਹਾਡੇ ਮਾਂ-ਬਾਪ ਖੁਸ਼ ਹੈ ਨਾ, ਅਗਰ ਤੁਹਾਡੇ ਮਾਂ-ਬਾਪ ਖੁਸ਼ ਹੈ ਤਾਂ ਵਾਲਮੀਕੀ ਮਹਾਰਾਜ ਪੱਕੇ ਹੀ ਖੁਸ਼ ਹੈ। ਉਹਨਾਂ ਨੂੰ ਖੁਸ਼ ਕਰਨ ਦੀ ਲੋੜ ਨਹੀਂ ਹੈਗੀ, ਉਹ ਤਾਂ ਕਦੇ ਰੁੱਸਦੇ ਹੀ ਨਹੀਂ ਤੁਹਾਡੇ ਨਾਲ। ਕਿਉਂ ਖੁਸ਼ ਕਰੀ ਜਾਂਦੇ ਉਹਨਾਂ ਨੂੰ ਤੁਸੀਂ? ਕਦੇ ਰੁੱਸੇ ਵਾਲਮੀਕੀ ਮਹਾਰਾਜ? ਤੁਹਾਡੇ ਕਿਸੇ ਦੇ ਸੁਪਨੇ 'ਚ ਆਏ ਕਦੇ? ਤੁਹਾਡੇ ਤੋਂ ਕਦੇ ਕੁਝ ਮੰਗਿਆ? ਫੁੱਲੀਆਂ ਪਤਾਸੇ ਕੜਾ ਕਿਉਂ ਮਨਾਈ ਜਾ ਰਹੇ ਫਿਰ? ਤੇ ਵਾਲਮੀਕੀ ਮਹਾਰਾਜ ਦੀ ਰਚਨਾ ਹੈ ਮਾਤਰ ਦੇਵ ਭਵਾ ਪਿਤਰ ਦੇਵ ਭਵਾ ਦੇਵ ਦੇਵੋ ਭਵਾ। ਅਗਰ ਤੁਹਾਡੇ ਮਾਂ-ਬਾਪ ਖੁਸ਼ ਹੈ ਨਾ ਫਿਰ ਅੱਲਾ ਵੀ ਖੁਸ਼ ਹੈ, ਗੋਡ ਵੀ ਖੁਸ਼ ਹੈ, ਵਾਹਿਗੁਰੂ ਵੀ ਖੁਸ਼ ਹੈ, ਰਵਿਦਾਸ ਮਹਾਰਾਜ ਵੀ ਖੁਸ਼ ਹੈ, ਵਾਲਮੀਕੀ ਮਹਾਰਾਜ ਵੀ ਖੁਸ਼ ਹੈ। ਉਹਨਾਂ ਨੂੰ ਖੁਸ਼ ਕਰਨ ਦੀ ਲੋੜ ਨਹੀਂ ਹੈਗੀ। ਸੁਣਿਆ ਨਾ ਕੀਤੇ ਕਿਰਾਏ ਤੇ ਪਾਣੀ ਫਿਰ ਜਾਂਦਾ। ਮਹਾਰਾਜ ਕਹਿੰਦੇ ਕੋਈ ਪਾਣੀ ਨਹੀਂ ਸਿੱਟਦਾ ਤੁਹਾਡੇ ਕੰਮ ਤੇ ਆ ਕੇ। ਜਿੱਦਣ ਤੁਹਾਡੀ ਵਜ੍ਹਾ ਨਾਲ ਤੁਹਾਡੇ ਮਾਂ-ਬਾਪ ਦੀਆਂ ਅੱਖਾਂ 'ਚ ਹੰਝੂ ਆ ਗਏ, ਸਮਝ ਲਓ ਤੁਹਾਡੇ ਕੀਤੇ ਕਿਰਾਏ ਤੇ ਪਾਣੀ ਫਿਰ ਗਿਆ। ਜਵਾਬ ਵੈਸੇ ਮੈਂ ਦੇ ਦਿੱਤਾ ਕਿ ਮਸਲਾ ਹੱਲ ਕਿੱਦਾਂ ਹੋਣਾ ਹੈ, ਫਿਰ ਵੀ ਥੋੜ੍ਹਾ ਜਿਹਾ ਕਲੀਅਰ ਕਰ ਦਿੰਦਾ। ਕੁਛ ਲੋਕ ਮੈਂ ਦੇਖੇ ਹੈ ਨਾ ਜਾਂਦੇ ਜੰਮੇ ਤੇ ਨਾ ਜਾਂਦੇ ਮਰੇ ਤੇ ਕਹਿੰਦੇ ਛੱਡਤਾ ਤੇ ਛੱਡਤਾ। ਭਰਾਵਾਂ ਨੂੰ ਵੀ ਛੱਡ ਕੇ ਬੈਠੇ ਕਈ ਬੰਦੇ, ਗੱਲਾਂ ਕਰੁਣਾ ਸਾਗਰ ਦੀਆਂ ਕਰਦੇ ਹੈ। ਵਾਲਮੀਕੀ ਮਹਾਰਾਜ ਕਰੁਣਾ ਸਾਗਰ ਹੈ। ਸਾਗਰ ਦਾ ਮਤਲਬ ਸਮੁੰਦਰ, ਕਰੁਣਾ ਮਤਲਬ ਦਇਆ ਦੇ ਸਾਗਰ ਹੈ। ਸਾਡੇ 'ਚ ਇੱਕ ਬੂੰਦ ਵੀ ਨਹੀਂ ਹੈਗੀ ਦਇਆ ਦੀ, ਹੈਗੀ ਹੈ? ਫਿਰ ਕਰੁਣਾ ਸਾਗਰ ਦੀ ਔਲਾਦ ਕਿੱਦਾਂ ਹੋ ਗਈ? ਕਰੁਣਾ ਦੀ ਇੱਕ ਬੂੰਦ ਵੀ ਨਹੀਂ ਹੈਗੀ। ਇਸ ਕਰਕੇ ਇਹ ਨਾ ਸੋਚੋ ਗਲਤੀ ਕੀਤੀ ਹੈ। ਜੇ ਕੋਈ ਗੁੱਸੇ ਗਾਸੇ ਹੋ ਕੇ ਬੈਠਾ ਨਾ ਇੱਥੇ ਆ ਕੇ ਘਰੇ ਜਾ ਕੇ ਮਨਾ ਲਿਓ ਜਾ ਕੇ, ਪਤਾ ਨਹੀਂ ਕਿਹੜੇ ਵੇਲੇ ਕਿਹਨੇ ਸਾਨੂੰ ਛੱਡ ਕੇ ਚਲੇ ਜਾਣਾ। ਇਸ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜੀਓ। ਅਗਰ ਤੁਹਾਡੇ ਮਾਂ-ਬਾਪ ਖੁਸ਼ ਹੈ ਨਾ ਤੇ ਤੁਹਾਡੇ ਘਰ 'ਚ ਹੀ ਮਸਲੇ ਹੱਲ ਸ਼ੁਰੂ ਹੋ ਜਾਣੇ ਹੋਣੇ। ਉਸ ਤੋਂ ਇਲਾਵਾ ਕਿਤੇ ਵੀ ਨਹੀਂ ਹੋ ਸਕਦੇ। ਤੁਸੀਂ ਜੋ ਮਰਜ਼ੀ ਕਰ ਲਓ, ਭਾਵੇਂ ਮੇਰੇ ਵਾਂਗੂ 6 ਮੀਟਰ ਦੀ ਮਾਲਾ ਪਾ ਲਓ ਗਲ 'ਚ, ਜੋ ਤੁਹਾਡਾ ਦਿਲ ਕਰਦਾ ਕਰ ਲਓ, ਕੁਛ ਹੋਣ ਵਾਲਾ ਨਹੀਂ ਹੈ। ਤੇ ਵਾਲਮੀਕੀ ਮਹਾਰਾਜ ਵੀ ਉਹਨਾਂ ਦੇ ਲਾਗੇ ਨਹੀਂ ਲੱਗਦੇ ਜਿਹੜੇ ਉਹਨਾਂ ਦੀ ਵਿਚਾਰਧਾਰਾ ਤੋਂ ਅਲੱਗ ਚੱਲਦੇ ਆ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਤੁਹਾਡੇ ਘਰ 'ਚ ਹੀ ਹੈ ਸਾਰਾ ਕੁਛ, ਘਰ ਤੋਂ ਬਾਹਰ ਕੁਛ ਵੀ ਨਹੀਂ ਹੈਗਾ, ਕੁਛ ਵੀ ਨਹੀਂ ਹੈ। ਸੋ ਆਪਾਂ ਅਰਦਾਸ ਕਰਨੀ ਹੈ। ਟਾਈਮ ਹੋ ਗਿਆ ਕਾਫੀ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ। ਸਰਵਸ਼੍ਰੇਸ਼ਟ ਧਰਮ ਪ੍ਰਚਾਰਕ ਵੀਰ ਪ੍ਰੇਮ ਪਰਮਾਰਥੀ ਜੀ, ਉਹਨਾਂ ਦੇ ਪੂਜਯ ਮਾਤਾ ਜੀ ਸ਼ਰੀਫਾ ਜੀ, ਜਿਨ੍ਹਾਂ ਦੀ ਆਪਾਂ ਅੰਤਿਮ ਅਰਦਾਸ ਸ਼ਾਂਤੀ ਪਾਠ 'ਚ ਪਹੁੰਚੇ ਹਾਂ। ਸਾਡੇ ਧਰਮ ਗੁਰੂ ਦੀਪ ਦਸ਼ਾਨੰਦ ਜੀ ਵੀ ਇੱਥੇ ਪਹੁੰਚੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਅਰਦਾਸ ਵਿੱਚ ਸ਼ਾਮਿਲ ਹੋਣਾ, ਆਪਣੀ ਆਪਣੀ ਜਗ੍ਹਾ 'ਤੇ ਖੜੇ ਹੋ ਜਾਓ। ਜੈ ਵਾਲਮੀਕੀ।